ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ ਲੈ ਕੇ ਖਬਰਾਂ ਦਾ ਪ੍ਰਾਈਮ ਟਾਈਮ। ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਉਸ ਸੰਗਰਾਮ ਦੀ ਹੋਣੀ ਹੈ ਜੋ ਸਿੱਧੀ ਅਦਾਇਗੀ ਨੂੰ ਲੈ ਕੇ ਹੋ ਰਿਹਾ ਹੈ। ਕਣਕ ਦੀ ਖਰੀਦ ਕੁਝ ਦਿਨਾਂ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ, ਪਰ ਉਸ ਤੋਂ ਪਹਿਲਾਂ ਕਿਸਾਨਾਂ ਨੂੰ ਕੀਤੀ ਜਾਣ ਵਾਲੀ ਅਦਾਇਗੀ ਤੇ ਬਵਾਲ ਜਾਰੀ ਹੈ। ਕੇਂਦਰ ਪੰਜਾਬ ਸਰਕਾਰ ਨੂੰ ਚਿੱਠੀ ਤੇ ਚਿੱਠੀ ਲਿਖ ਰਿਹਾ ਹੈ, ਜਾਂ ਤੁਸੀਂ ਇਸ ਨੂੰ ਨੋਟਿਸ ਦਾ ਨਾਮ ਦੇ ਲਓ ਤਾਂ ਵੀ ਗਲਤ ਨਹੀਂ ਹੋਏਗਾ, ਤੇ ਕਹਿ ਰਿਹਾ ਹੈ ਕਿ ਨਵੇਂ ਨਿਯਮ ਲਾਗੂ ਕਰੋ। ਚਿੱਠੀ ਇੱਕ ਹੋਰ ਲਿਖ ਦਿੱਤੀ ਗਈ ਤੇ ਨਾਲ ਹੀ ਪੁਰਾਣੀ ਚਿੱਠੀ ਦਾ ਹਵਾਲਾ ਦੇ ਕੇ ਚੇਤਾਵਨੀ ਭਰੇ ਲਹਿਜੇ ਦੇ ਵਿੱਚ ਇਹ ਵੀ ਕਹਿ ਦਿੱਤਾ ਗਿਆ ਕਿ ਨਿਯਮ ਲਾਗੂ ਨਵੇਂ ਵਾਲੇ ਨਹੀਂ ਹੋਏ ਤਾਂ ਫਿਰ ਰਿਆਇਤਾਂ ਦੇ ਉੱਤੇ ਕੈਂਚੀ ਚੱਲ ਸਕਦੀ ਹੈ। ਤੇ ਨਾਲ ਹੀ ਤਰਕ ਹਰਿਆਣਾ ਦਾ ਦਿੱਤਾ ਜਾ ਰਿਹਾ ਹੈ ਕਿ ਦੇਖੋ ਪੰਜਾਬ ਦੇ ਵਿੱਚ ਤੁਸੀਂ ਹੁਣ ਤੱਕ ਨਹੀਂ ਲਾਗੂ ਕੀਤਾ ਜਾਂ ਤੁਸੀਂ ਇਸ ਤੋਂ ਇਨਕਾਰ ਕਰ ਰਹੇ ਹੋ, ਪਰ ਹਰਿਆਣਾ ਨੇ ਲਾਗੂ ਕਰ ਦਿੱਤਾ, ਤੁਹਾਡਾ ਗੁਆਂਢੀ ਸੂਬਾ ਹੈ। ਹੁਣ ਸਵਾਲ ਹੈ ਕਿ ਜੇਕਰ ਹਰਿਆਣਾ ਨੇ ਲਾਗੂ ਕਰ ਦਿੱਤਾ ਤਾਂ ਫਿਰ ਪੰਜਾਬ ਨੇ ਕਿਉਂ ਲਾਗੂ ਨਹੀਂ ਕੀਤਾ, ਜਾਂ ਪੰਜਾਬ ਨੂੰ ਇਤਰਾਜ਼ ਕਿਉਂ ਹੈ ਤੇ ਇਸ ਦੇ ਉੱਤੇ ਰੇੜਕਾ ਕਿਉਂ ਹੈ? ਕਿਸ ਦਾ ਨੁਕਸਾਨ ਹੋਵੇਗਾ ਜੇਕਰ ਐਫਸੀਆਈ ਸਿੱਧਾ ਪੈਸਾ ਕਿਸਾਨਾਂ ਦੇ ਖਾਤੇ ਦੇ ਵਿੱਚ ਜਾਂਦਾ ਹੈ ਜਾਂ ਭੇਜਦਾ ਹੈ, ਤੇ ਕਿਸ ਦਾ ਫਾਇਦਾ ਹੋਵੇਗਾ ਇਹ ਚੰਗੀ ਤਰ੍ਹਾਂ ਸਪਸ਼ਟ ਨਹੀਂ ਹੋ ਰਿਹਾ। ਦੇਖੋ, ਆਮ ਤੌਰ ਤੇ ਜਿਹਦੇ ਖਾਤੇ ਦੇ ਵਿੱਚ ਸਿੱਧਾ ਪੈਸਾ ਆਵੇ, ਜਿਹੜੇ ਸੈਲਰੀ ਲੈਂਦੇ ਨੇ ਲੋਕ, ਉਹਨਾਂ ਨੂੰ ਪਤਾ ਕਿ ਜਦੋਂ 1 ਤਰੀਕ ਨੂੰ ਸੈਲਰੀ ਆ ਕੇ ਉਹਨਾਂ ਦੇ ਅਕਾਊਂਟ ਦੇ ਵਿੱਚ ਡਾਇਰੈਕਟਲੀ ਗਿਰਦੀ ਹੈ ਤਾਂ ਵਧੀਆ ਲੱਗਦਾ, ਤਾਂ ਕੀ ਕਿਸਾਨਾਂ ਨੂੰ ਇਹ ਵਧੀਆ ਨਹੀਂ ਲੱਗੇਗਾ ਕਿ ਡਾਇਰੈਕਟ ਪੈਸਾ ਉਹਨਾਂ ਦੇ ਖਾਤੇ ਦੇ ਵਿੱਚ ਆ ਰਿਹਾ? ਉਹਨਾਂ ਦੀ ਮਿਹਨਤ ਦੀ ਕਮਾਈ ਹੈ, ਕਿਸੇ ਤੋਂ ਲੈ ਕੇ ਕਿਉਂ ਆਣੀ ਪਵੇ? ਸਰਕਾਰ ਨੇ ਪੈਸਾ ਦੇਣਾ ਤਾਂ ਡਾਇਰੈਕਟਲੀ ਉਹਨਾਂ ਕੋਲ ਆਵੇ। ਪਰ ਦੂਜਾ ਸਵਾਲ ਇਹ ਵੀ ਹੈ ਕਿ ਇਹ ਪੂਰਾ ਜਿਹੜਾ ਇੱਕ ਸਰਕਲ ਬਣਿਆ ਹੋਇਆ, ਇਹਨਾਂ ਨੂੰ ਤੋੜਨ ਦੀ ਜਾਂ ਇਹਨਾਂ ਨੂੰ ਬ੍ਰੇਕ ਕਰਨ ਦੀ ਜ਼ਰੂਰਤ ਹੀ ਇਸ ਸਮੇਂ ਕੀ ਹੈ? ਜੋ ਮੈਂ ਪਹਿਲੀ ਲਾਈਨ ਕਹੀ ਕਿ ਇਸ ਦੇ ਵਿੱਚ ਕਿਸ ਦਾ ਫਾਇਦਾ ਕਿਸ ਦਾ ਨੁਕਸਾਨ ਸਪਸ਼ਟ ਕਿਉਂ ਨਹੀਂ ਹੈ, ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਰੇੜਕਾ ਹੈ ਕਿਉਂ, ਸਿੱਧੀ ਅਦਾਇਗੀ ਤੇ ਸੰਗਰਾਮ ਕਿਉਂ? Government has sent a message to say that now they should send us a list to send directly to the Aartiyas. This will further provoke this action which is taking place in Delhi. इससे सुधार नहीं आना, इससे तो भड़काऊ बात कर रहे हैं। ਕੈਪਟਨ ਸਿੱਧੀ ਅਦਾਇਗੀ ਦੇ ਜਿਸ ਸਿਸਟਮ ਨੂੰ ਇੱਕ ਵਾਰ ਨਹੀਂ ਬਲਕਿ ਵਾਰ-ਵਾਰ ਨਕਾਰ ਚੁੱਕੇ ਨੇ, ਉਸੇ ਨੂੰ ਲਾਗੂ ਕਰਨ ਦੇ ਲਈ ਕੇਂਦਰ ਤੋਂ ਪੰਜਾਬ ਨੂੰ ਹੁਣ ਇੱਕ ਨਵੀਂ ਚਿੱਠੀ ਆਈ ਹੈ। ਕੇਂਦਰੀ ਫੂਡ ਸਪਲਾਈ ਮੰਤਰੀ ਪੀਯੂਸ਼ ਗੋਇਲ ਨੇ ਸਿੱਧਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦੇ ਉੱਤੇ ਚਿੱਠੀ ਭੇਜੀ ਹੈ, ਜਿਸ ਦੇ ਵਿੱਚ ਯਾਦ ਦਿਵਾਇਆ ਗਿਆ ਹੈ ਕਿ ਕਿਸਾਨਾਂ ਦੇ ਖਾਤੇ ਦੇ ਵਿੱਚ ਸਿੱਧੀ ਅਦਾਇਗੀ ਦਾ ਸਿਸਟਮ ਸੂਬੇ ਦੇ ਵਿੱਚ ਹੁਣ ਤੱਕ ਲਾਗੂ ਨਹੀਂ ਹੋ ਸਕਿਆ। ਕੇਂਦਰੀ ਮੰਤਰੀ ਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਸਿਸਟਮ ਨੂੰ ਲਾਗੂ ਕਰਨ ਦੇ ਲਈ ਕੇਂਦਰ ਸਰਕਾਰ ਨੇ 2018 ਦੇ ਵਿੱਚ ਗਾਈਡਲਾਈਨਸ ਜਾਰੀ ਕੀਤੀਆਂ ਸਨ, ਪਰ ਪੰਜਾਬ ਸਰਕਾਰ ਵਾਰ-ਵਾਰ ਇਸ ਨੂੰ ਲਾਗੂ ਕਰਨ ਦੇ ਲਈ ਮੌਲਤ ਮੰਗਦੀ ਰਹੀ ਹੈ। ਪਰ ਵਕਤ ਦਿੱਤੇ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਨਾ ਤਾਂ ਇਸ ਨੂੰ ਲਾਗੂ ਕੀਤਾ ਅਤੇ ਨਾ ਹੀ ਇਸ ਦੇ ਲਈ ਜ਼ਰੂਰੀ ਤਿਆਰੀਆਂ ਕੀਤੀਆਂ ਨੇ। ਚਿੱਠੀ ਦੇ ਨਾਲ ਇਸ ਸਾਲ 4 ਮਾਰਚ ਦੇ ਇੱਕ ਹੁਕਮ ਦੀ ਕਾਪੀ ਵੀ ਮੌਜੂਦ ਹੈ, ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਜੇਕਰ ਡਾਇਰੈਕਟ ਖਰੀਦ ਦਾ ਸਿਸਟਮ ਪਬਲਿਕ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਯਾਨੀ PFMS ਲਾਗੂ ਨਾ ਹੋਇਆ ਤਾਂ ਫੰਡ ਰੋਕਣ ਦੀ ਵੀ ਤਜਵੀਜ਼ ਹੈ। ਪੀਯੂਸ਼ ਗੋਇਲ ਦੀ ਚਿੱਠੀ ਦੇ ਵਿੱਚ ਪੰਜਾਬ ਦੀ ਸਭ ਤੋਂ ਵੱਡੀ ਸ਼ੰਕਾ ਦਾ ਜ਼ਿਕਰ ਹੈ, ਜਿਸ ਦਾ ਹੱਲ ਗੁਆਂਢੀ ਹਰਿਆਣਾ ਦੇ ਵਿੱਚ ਲੱਭਣ ਦਾ ਸੁਝਾਅ ਦਿੱਤਾ ਗਿਆ ਹੈ। ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਦਾ ਸਭ ਤੋਂ ਵੱਡਾ ਡਰ ਹੈ ਕਿ ਨਵੇਂ ਸਿਸਟਮ ਨਾਲ ਲੀਜ਼ ਦੇ ਉੱਤੇ ਜ਼ਮੀਨ ਤੇ ਖੇਤੀ ਕਰਨ ਵਾਲਿਆਂ ਨੂੰ ਨੁਕਸਾਨ ਹੋਵੇਗਾ। ਅਜਿਹੇ ਮਾਮਲਿਆਂ 'ਚ ਗੁਆਂਢੀ ਹਰਿਆਣਾ ਦੇ ਵੱਲੋਂ ਅਪਣਾਏ ਗਏ ਤਰੀਕਿਆਂ ਤੋਂ ਸਿੱਖਿਆ ਜਾ ਸਕਦਾ ਹੈ। ਸਿੱਧੀ ਅਦਾਇਗੀ ਦੇ ਸਿਸਟਮ ਤੋਂ ਕੈਪਟਨ ਸਰਕਾਰ ਪਹਿਲਾਂ ਹੀ ਇਤਰਾਜ਼ ਜ਼ਾਹਰ ਕਰ ਚੁੱਕੀ ਹੈ, ਪਰ ਹੁਣ ਦਿਲਚਸਪ ਪਹਿਲੂ ਇਹ ਹੈ ਕਿ ਇਸ ਦੇ ਵਿੱਚ ਪੰਜਾਬ ਬੀਜੇਪੀ ਨੇ ਵੀ ਸੁਰ ਜੋੜ ਦਿੱਤੇ ਨੇ। ਪੰਜਾਬ ਬੀਜੇਪੀ ਦੇ ਆਗੂਆਂ ਨੇ ਬਕਾਇਦਾ ਕਿਹਾ ਕਿ ਪੀਯੂਸ਼ ਗੋਇਲ ਦੇ ਨਾਲ ਮਿਲ ਕੇ ਫੈਸਲੇ ਦੇ ਉੱਤੇ ਰੋਕ ਦੀ ਦਰਖਾਸਤ ਕਰਨਗੇ। ਅਸੀਂ ਵੀ ਇਹਦੇ ਲਈ ਰਿਕੁਐਸਟ ਕਰਾਂਗੇ, ਪੰਜਾਬ ਬੀਜੇਪੀ ਦੀ ਤਰਫੋਂ ਵੀ ਹੋਏਗੀ ਔਰ ਹੋਣੀ ਵੀ ਚਾਹੀਦੀ ਹੈ ਗੱਲ। ਜਿਹੜੀ ਕਿਸਾਨਾਂ ਦੀ ਔਰ ਬਾਕੀ ਆੜ੍ਹਤੀਆਂ ਦੀ ਸੁਵਿਧਾ ਦਾ ਕੰਮ ਆ ਉਹ ਜ਼ਰੂਰ ਹੋਣਾ ਚਾਹੀਦਾ। ਅਦਾਇਗੀ ਦੇ ਨਵੇਂ ਤਰੀਕੇ ਤੋਂ ਲੈ ਕੇ ਜ਼ਿਆਦਾ ਵਿਵਾਦ ਇਸ ਲਈ ਵੀ ਹੋ ਰਿਹਾ ਹੈ ਕਿਉਂਕਿ ਕੇਂਦਰ ਦੇ ਵੱਲੋਂ ਅਜਿਹੇ ਸਮੇਂ ਦੇ ਉੱਤੇ ਇਸ ਦੀ ਵਾਰ-ਵਾਰ ਯਾਦ ਦਿਵਾਈ ਜਾ ਰਹੀ ਹੈ ਜਦੋਂ ਕਿਸਾਨ ਅਤੇ ਆੜ੍ਹਤੀ ਮਿਲ ਕੇ ਖੇਤੀ ਕਾਨੂੰਨਾਂ ਦੀ ਲੜਾਈ ਲੜ ਰਹੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਜਿਸ ਮੁੱਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਇੰਨੇ ਸੌਖੇ ਸ਼ਬਦਾਂ ਦੇ ਵਿੱਚ ਗੱਲਬਾਤ ਕਰੀਏ ਕਿ ਹਰ ਕਿਸੇ ਨੂੰ ਸਮਝ ਆ ਜਾਵੇ ਕਿ ਪੂਰਾ ਮਾਮਲਾ ਹੈ ਕੀ ਤੇ ਕਿਉਂ ਇਸ ਦੇ ਉੱਤੇ ਬਵਾਲ ਹੋ ਰਿਹਾ ਹੈ। ਕੋਸ਼ਿਸ਼ ਅਸੀਂ ਇਹ ਵੀ ਕਰ ਰਹੇ ਹਾਂ ਕਿ ਸਾਰੀਆਂ ਧਿਰਾਂ ਨੂੰ ਨਾਲ ਜੋੜੀਏ ਜਿਨ੍ਹਾਂ ਨੂੰ ਇਤਰਾਜ਼ ਹੈ ਜਾਂ ਫਿਰ ਜੋ ਇਸ ਦੇ ਪੱਖ ਦੇ ਵਿੱਚ ਖੜੀਆਂ ਨੇ, ਯਾਨੀ ਕਿ ਬੀਜੇਪੀ ਵੀ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਸਰਵਨ ਸਿੰਘ ਪੰਧੇਰ ਜੀ ਜੁੜ ਰਹੇ ਨੇ, ਕਿਸਾਨ ਆਗੂ ਨੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਜੁੜੇ ਹੋਏ ਨੇ। ਪੰਧੇਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਰਵਿੰਦਰ ਸਿੰਘ ਚੀਮਾ ਜੀ ਜੁੜ ਰਹੇ ਨੇ,
ਪ੍ਰਧਾਨ ਨੇ ਆੜਤੀ ਐਸੋਸੀਏਸ਼ਨ ਪੰਜਾਬ ਦੇ। ਚੀਮਾ ਸਾਹਿਬ ਤੁਹਾਡਾ ਵੀ ਸਵਾਗਤ ਹੈ। ਸਾਡੇ ਨਾਲ ਪ੍ਰਿੰਸ ਖੁੱਲਰ ਜੀ ਜੁੜ ਰਹੇ ਨੇ ਜੋ ਕਿ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਖੁੱਲਰ ਸਾਹਿਬ ਤੁਹਾਡਾ ਵੀ ਸਵਾਗਤ ਹੈ। ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਹਰਿਆਣਾ ਬੀਜੇਪੀ ਤੋਂ ਰਮਨ ਮਲਿਕ ਜੀ ਜੁੜਨਗੇ ਤੇ ਅਸੀਂ ਅੱਜ ਕੋਸ਼ਿਸ਼ ਕਰ ਰਹੇ ਹਾਂ ਕਿ ਹਰਿਆਣਾ ਦਾ ਆੜਤੀ ਐਸੋਸੀਏਸ਼ਨ ਦਾ ਨੁਮਾਇੰਦਾ ਵੀ ਸਾਡੇ ਨਾਲ ਹੋਵੇ, ਕਿਉਂਕਿ ਕੇਂਦਰ ਦੀ ਸਰਕਾਰ ਕਹਿ ਰਹੀ ਹੈ ਕਿ ਹਰਿਆਣਾ ਦੇ ਵਿੱਚ ਤਾਂ ਸਭ ਕੁਝ ਠੀਕ ਹੈ, ਪੰਜਾਬ ਵਾਲਿਆਂ ਨੂੰ ਇਤਰਾਜ਼ ਹੈ। ਅਸੀਂ ਇੱਕ ਇੱਕ ਕਰਕੇ ਹਰ ਇੱਕ ਧਿਰ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਤਰਾਜ਼ ਕਿਉਂ ਹੈ, ਇਤਰਾਜ਼ ਕਿਸ ਗੱਲ ਨੂੰ ਲੈ ਕੇ ਹੈ, ਨੁਕਸਾਨ ਕੀ ਇਸ ਦੇ ਵਿੱਚ ਨਜ਼ਰ ਆਉਂਦਾ ਹੈ। ਸ਼ੁਰੂਆਤ ਕਾਂਗਰਸ ਤੋਂ, ਖੁੱਲਰ ਸਾਹਿਬ ਤੁਹਾਡੇ ਤੋਂ ਮੇਰਾ ਪਹਿਲਾ ਸਵਾਲ ਇਹੀ, ਕੇਂਦਰ ਕਹਿੰਦਾ ਕਿ ਤੁਹਾਨੂੰ ਹਰ ਇੱਕ ਚੀਜ਼ ਤੋਂ ਪ੍ਰੋਬਲਮ ਹੋ ਜਾਂਦੀ ਹੈ, ਇੱਕ ਸੂਬਾ ਹੈ ਜਿਨ੍ਹਾਂ ਨੂੰ ਹਰ ਚੀਜ਼ ਤੋਂ ਪ੍ਰੋਬਲਮ ਹੋ ਜਾਂਦੀ ਹੈ, ਪੰਜਾਬ ਦਾ ਉਹ ਜ਼ਿਕਰ ਕਰ ਰਹੇ ਨੇ। ਮੇਰਾ ਪਹਿਲਾ ਸਵਾਲ ਇਹੀ, ਇਤਰਾਜ਼ ਕਿਉਂ ਹੈ ਕਿ ਜੇਕਰ ਹਰਿਆਣਾ ਨੇ ਸਿਸਟਮ ਅਪਣਾ ਲਿਆ ਜੋ ਸੈਂਟਰ ਦਾਅਵਾ ਕਰ ਰਿਹਾ ਹੈ ਤਾਂ ਫਿਰ ਉਹ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਸਕਦਾ? ਪੰਜਾਬ ਸਰਕਾਰ ਇਸ ਦੇ ਉੱਤੇ ਕਿਉਂ ਕਿੰਤੂ ਪਰੰਤੂ ਕਰ ਰਹੀ ਹੈ? ਇੱਕ ਹੋਰ ਪੁਆਇੰਟ ਵੀ ਕਿ ਤੁਸੀਂ ਇਸ ਨੂੰ ਮੁਲਤਵੀ ਕਰਨ ਨੂੰ ਕਹਿ ਰਹੇ ਹੋ ਕਿ ਹਜੇ FCI ਦੀ ਸਿੱਧੀ ਅਦਾਇਗੀ ਵਾਲਾ ਫਾਰਮੂਲਾ ਨਾ ਇੰਪਲੀਮੈਂਟ ਕਰੋ ਜਾਂ ਬਿਲਕੁਲ ਸਿਰੇ ਤੋਂ ਖਾਰਿਜ ਕਰ ਰਹੇ ਹੋ? ਦੋਨਾਂ 'ਚ ਬੜਾ ਫਰਕ ਹੈ। ਖੁੱਲਰ ਜੀ। ਗੌਰਵ ਜੀ, ਪਹਿਲਾਂ ਤੇ ਸਾਰੇ ਪੈਨਲਿਸਟ ਨੂੰ ਔਰ ਤੁਹਾਨੂੰ ਨਮਸਕਾਰ ਜੀ। ਗੌਰਵ ਜੀ, ਗੱਲ ਇਹ ਆ ਕਿ ਜਿਹੜੀ ਤੁਸੀਂ ਸਵਾਲ ਕੀਤਾ ਵਾ, ਸਾਨੂੰ ਦਿੱਕਤ ਦੇਖੋ, ਪੰਜਾਬ ਦੇ ਹਾਲਾਤ ਅਲੱਗ ਨੇ, ਹਰਿਆਣੇ ਦੇ ਹਰ ਇੱਕ ਸਟੇਟ ਦੇ ਆਪਣੇ ਡਿਫਰੈਂਟ ਹਾਲਾਤ ਨੇ। ਇੱਕ ਪਾਸੇ ਜਿੱਥੇ ਦੇਖੋ ਕਿਸਾਨਾਂ ਦਾ ਐਜੀਟੇਸ਼ਨ ਚੱਲ ਰਿਹਾ ਬਹੁਤ ਵੱਡਾ, ਉਹਦੇ ਵਿੱਚ ਬਾਰ-ਬਾਰ ਇਹੋ ਜਿਹੇ ਤੁਗਲਕੀ ਫਰਮਾਨ ਔਰ ਇਹੋ ਜਿਹੀਆਂ ਚਿੱਠੀਆਂ ਨੋਟਿਸ ਦੇਣੇ, ਇਹ ਬੜਾ ਮੰਦਭਾਗਾ ਸੈਂਟਰ ਗਵਰਨਮੈਂਟ ਦਾ। ਇਹਦੋਂ ਤੋਂ ਇੱਕ ਰਵੱਈਆ ਤਾਂ ਇਹਨਾਂ ਦਾ ਸਾਫ਼ ਹੁੰਦਾ ਜੀ, ਇਹ ਕਿਸਾਨ ਹਿਤੈਸ਼ੀ ਔਰ ਪੰਜਾਬ ਹਿਤੈਸ਼ੀ ਹੈ ਨਹੀਂ। ਇਹ ਪੰਜਾਬ ਦਾ ਇਕਨੋਮਿਕ ਔਰ ਸਾਰਾ ਇਹ ਬਰਬਾਦ ਕਰਨਾ ਚਾਹੁੰਦੇ ਨੇ, ਪੰਜਾਬੀਅਤ ਨੂੰ, ਪੰਜਾਬ ਦੇ ਕਿਸਾਨਾਂ ਨੂੰ। ਦੇਖੋ, ਜਿੱਥੇ ਆੜਤੀਆਂ ਦਾ ਇੱਕ ਕਿਸਾਨਾਂ ਦਾ 9 ਮਾਸ ਦਾ ਰਿਸ਼ਤਾ ਬਹੁਤ ਪੁਰਾਣੇ ਸਮੇਂ ਤੋਂ ਇਹ ਚੱਲਦਾ ਆ ਰਿਹਾ। ਤੁਸੀਂ ਦੇਖੋ ਗੌਰਵ ਜੀ, ਅੱਜ ਤੱਕ ਕਿਤੇ ਕੋਈ ਕੰਪਲੇਂਟ ਨਹੀਂ ਹੋਈ ਇੰਨੇ ਸਾਲਾਂ 'ਚ, ਨਾ ਕਦੀ ਕਿਸਾਨ ਨੇ ਆੜਤੀਏ ਦੀ ਕੀਤੀ ਹੈ ਔਰ ਨਾ ਆੜਤੀਆਂ ਵੱਲੋਂ ਕਿਸਾਨਾਂ ਦੀ ਕਦੀ ਹੋਈ ਹੈ। ਸੋ ਇੱਕ ਜਿਹੜਾ ਸਿਸਟਮ ਇੰਨੇ ਸਾਲਾਂ ਤੋਂ ਚੱਲਦਾ ਆ ਰਿਹਾ, ਉਹਨੂੰ ਆਪਾਂ ਕਿਉਂ ਤੋੜ ਰਹੇ ਹਾਂ ਜੀ? ਉਹ ਕਿਉਂ ਬ੍ਰੇਕ ਕਰ ਰਹੇ ਹਾਂ? ਇੱਕ ਤੁਹਾਨੂੰ ਮੈਂ ਹੋਰ ਯਾਦ ਕਰਾ ਦਿਆਂ ਗੌਰਵ ਜੀ, 2009 ਚ ਅਕਾਲੀ ਦਲ ਬੀਜੇਪੀ ਨੇ ਨਹੀਂ, ਮੈਂ ਵਿਚਾਲੇ ਰੋਕ ਰਿਹਾ ਤੁਹਾਨੂੰ, ਮੈਂ ਥੋੜਾ ਜਿਹਾ ਫੈਕਟ ਦੇ ਉੱਤੇ ਪਾਈਏ। ਤੁਸੀਂ ਕਹਿ ਰਹੇ ਹੋ ਕਿ ਨਹੀਂ ਕੋਈ, ਦੇਖੋ ਸਰ, ਪਹਿਲਾਂ ਤਨਖਾਹਾਂ ਕੈਸ਼ ਗਿਣ ਕੇ ਦਿੱਤੀਆਂ ਜਾਂਦੀਆਂ ਸੀ ਕਿ ਹਾਂਜੀ ਮਹੀਨਾ ਪੂਰਾ ਹੋ ਗਿਆ ਸਰਕਾਰੀ ਮੁਲਾਜ਼ਮਾਂ ਨੂੰ ਕਿ ਤੁਹਾਡੀ ਆ ਬਣੀ ਜੀ 17,000 ਰੁਪਏ ਚੱਕੋ ਕੈਸ਼। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਚੈੱਕ ਦੇ ਨਾਲ ਜਾਣ ਲੱਗ ਗਈ, ਹੌਲੀ ਹੌਲੀ ਹੁਣ ਅਕਾਊਂਟ ਦੇ ਵਿੱਚ ਸਿੱਧਾ ਆਉਂਦੀ ਹੈ। ਜੇ ਸਿਸਟਮ ਅਪਗ੍ਰੇਡ ਹੋ ਰਿਹਾ ਹੈ ਤਾਂ ਉਸ ਨੂੰ ਆਪਾਂ ਇਹ ਕਰੀਏ ਕਿ ਪੂਰਾ ਸਿਸਟਮ ਤੋੜਨ ਦੀ ਕੋਸ਼ਿਸ਼ ਹੈ? ਮੈਂ ਉਹੀ ਕਹਿ ਰਿਹਾ, ਫੈਕਟ ਸਮਝਾਓ ਕਿ ਆੜਤੀਆਂ ਦਾ ਕੀ ਨੁਕਸਾਨ ਜਾਂ ਪੰਜਾਬ ਸਰਕਾਰ ਨੂੰ ਕਿਉਂ ਇਸ ਦੇ ਇਤਰਾਜ਼? ਇਹ ਆੜਤੀਆਂ ਦਾ ਮੈਂ ਦੱਸਦਾ ਤੁਹਾਨੂੰ ਗੌਰਵ ਜੀ, ਦੇਖੋ ਕਿਸਾਨ ਔਰ ਆੜਤੀਆਂ ਦਾ ਬੜਾ ਪੁਰਾਣਾ ਰਿਸ਼ਤਾ ਵਾ। ਦੇਖੋ ਆੜਤੀਏ ਇੰਨੇ ਤਾਦਾਦ ਚ ਆੜਤੀਆਂ ਦਾ ਪੇਮੈਂਟ ਲੱਗੀ ਆ ਕਿਸਾਨਾਂ ਵੱਲ, ਕਿਸਾਨਾਂ ਦਾ ATM ਦੱਸਿਆ ਜਾਂਦਾ ਵਾ ਆੜਤੀਆਂ ਨੂੰ। ਬੀਜੇਪੀ ਲੀਡਰਾਂ ਦੇ ਵੱਡੇ ਜਿਹੜੇ ਸਾਡੇ ਚ ਨਹੀਂ ਰਹੇ, ਉਹਨਾਂ ਦੀਆਂ ਸਟੇਟਮੈਂਟਾਂ ਨੇ ਲੋਕ ਸਭਾ ਦੇ ਵਿੱਚ। ਕਿਸਾਨਾਂ ਦੇ ਨਾਲ ਮੰਡੀ ਮਜ਼ਦੂਰ, ਉੱਥੇ 7-8 ਲੱਖ ਦੇ ਕਰੀਬ ਮੰਡੀ ਮਜ਼ਦੂਰ ਹੈ, 1 ਲੱਖ ਦੇ ਕਰੀਬ ਮੁਨੀਮ ਹੈ। ਚੀਮਾ ਸਾਹਿਬ ਪ੍ਰਧਾਨ ਨੇ ਤੁਹਾਡੇ ਨਾਲ ਬੈਠੇ ਨੇ। ਸੋ ਇੱਕ ਸਾਰਾ ਸਿਸਟਮ ਲੈਪਸ ਹੋ ਜਾਏਗਾ। 40% ਤੇ ਲੋਕ ਜਿਹੜੀ ਹੈਗੀ ਆ ਜੀ ਠੇਕੇ ਤੇ ਲੈ ਕੇ ਬਾਈ ਕਰ ਰਹੇ ਨੇ। FCI ਕਹਿੰਦੇ ਜੀ ਇਹਨਾਂ ਦਾ ਰਿਕਾਰਡ ਹੋਊਗਾ, ਪੈਸੇ ਉਹਦੇ ਖਾਤੇ ਜਾਣਗੇ। ਕੋਈ NRI ਹੈ ਜੀ ਕਿਤੇ ਬੈਠਾ ਵਾ, ਕੋਈ ਚੰਡੀਗੜ੍ਹ ਬੈਠਾ, ਉਹ ਤੇ ਡਿਸਪਿਊਟ ਖੜਾ ਕਰਨ ਵਾਲੀ ਗੱਲ ਹੋਗੀ ਗੌਰਵ ਜੀ। ਉਹ ਕਿਤਨਾ ਉਹਨਾਂ ਦਾ ਬੈਨੀਫਿਟ ਆਪਾਂ ਕਰਾਂਗੇ? ਤੁਹਾਡੇ ਕੋਲ ਵਾਪਸ ਆਉਣਾ, ਜਿਹੜਾ ਤੁਸੀਂ ਪੁਆਇੰਟ ਕਹਿ ਰਹੇ ਹੋ ਨਾ ਸਰ, ਇਸ ਚਿੱਠੀ ਦੇ ਵਿੱਚ ਜ਼ਿਕਰ ਹੈ, ਜੇ ਸ਼ਾਇਦ ਤੁਸੀਂ ਨਹੀਂ ਪੜ੍ਹੀ, ਉਸ ਚਿੱਠੀ 'ਚ ਜ਼ਿਕਰ ਹੈ ਕਿ ਹਰਿਆਣਾ ਨੇ ਸਿਸਟਮ ਬਣਾ ਦਿੱਤਾ। ਉਸ ਦੇ ਵਿੱਚ ਇਹ ਵੀ ਹੈ ਕਿ ਜਿਹੜੇ ਲੋਕਾਂ ਦੇ ਕੋਲ ਜ਼ਮੀਨ ਨਹੀਂ ਹੈਗੀ ਤਾਂ ਉਹਦੇ ਵਿੱਚ ਇੱਕ ਕਲੌਜ਼ ਹੈ ਜਾਂ ਉਸ ਦੇ ਵਿੱਚ ਇੱਕ ਆਪਸ਼ਨ ਹੈ ਕਿ ਤੁਸੀਂ ਜਾ ਕੇ ਉਸ ਦੇ ਕਲਿੱਕ ਕਰੋ ਤਾਂ ਫਿਰ ਉਹਨਾਂ ਦੇ ਕੋਲ ਸਿੱਧਾ ਪੈਸਾ ਜਾਏਗਾ ਜੋ ਉਸ ਦੀ ਖੇਤੀ ਕਰ ਰਿਹਾ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਸਾਡੇ ਨਾਲ ਬੀਜੇਪੀ ਹਰਿਆਣਾ ਤੋਂ ਜੁੜੇ ਹੋਏ ਨੇ ਰਮਨ ਮਲਿਕ ਜੀ। ਮਲਿਕ ਸਾਹਿਬ, ਸਵਾਗਤ ਹੈ ਤੁਹਾਡਾ ਵੀ। ਦੇਖੋ, ਪੰਜਾਬ ਕਹਿ ਰਿਹਾ ਹੈ ਕਿ ਇਹ ਸਿਸਟਮ ਤੁਸੀਂ ਪੂਰਾ ਜਿਹੜਾ ਇੱਕ ਸਿਸਟਮ ਬਣਿਆ ਹੋਇਆ ਆੜਤੀਆਂ ਤੇ ਕਿਸਾਨਾਂ ਦੇ ਵਿਚਾਲੇ, ਉਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ। ਪਹਿਲਾ ਸਵਾਲ ਇਹੀ ਹੈ ਕਿ ਸਰ, जेकर कोई सिस्टम बनया हुआ है, कोई सिस्टम बना हुआ है, तो उसे तोड़ने की जरूरत ही क्या है? क्यों हर सिस्टम के ऊपर तलवार चलती है? हर सिस्टम को कहा जाता है कि अपग्रेड कर रहे हैं, हम इसको बदल रहे हैं। ऐसा है गौरव जी, सबसे पहले तो मैं आपके चैनल के माध्यम से, क्योंकि पंजाब में बहुत सारे लोग देखते हैं जी, और इसलिए ये मैं बहुत क्लियर करना चाहता हूं कि जो स्वर्गीय अरुण जेटली जी जो अमृतसर से चुनाव भी लड़े थे, सुषमा स्वराज जी जो अंबाला से चुनाव लड़के मंत्री भी रही, और वो पंजाबियत को बहुत अच्छी तरीके से जानते हैं। मैं खुद एक पंजाबी हूँ, मैं बहुत पंजाबियत को जानता हूँ, और मैं इन सारों जो भी पंजाबियत की बात कर रहे थे उनको सारा माकूल जवाब देता हूँ। सबसे पहली बात, जब ये 2011 में इसको तोड़ रहे थे इस सिस्टम को और भाषण दे रहे थे सिब्बल साहब, तब जब सुषमा जी ने, अरुण जी ने इन विषयों का उल्लेख करा, तो हमारी सरकार ने जब ये सिस्टम अब लाया है, तो हम ये नहीं कह रहे कि हम सिस्टम तोड़ रहे हैं,
हमने ये बोला जो सिस्टम जैसा चल रहा है वो वैसा ही चलता रहेगा, उसमें कोई प्रॉब्लम नहीं है, लेकिन अगर कोई वैकल्पिक रास्ता लेना चाहता है तो उसके लिए ये 3 चीजें पड़ी हैं। अब अगर आपका मन नहीं कर रहा कि आप प्राइवेट बस में जाएं और आप रोडवेज की बस में जाना चाहते हैं, तो उसके लिए आपके ऊपर बंदिश नहीं है कि वहां पे जैसे पंजाब के पहले लीडर्स थे जिन्होंने अपनी बस पैरेलल बस सर्विसेज बना रखी थी और सरकारी बस सर्विसेज जो हैं वो घाटे में चलती थी, तो ऐसा काम यहाँ नहीं हो रहा। तो सबसे पहली तो बात ये समझने की जरूरी है कि आरटी और किसान का रिश्ता ये सरकार नहीं तोड़ रही, वो दोनों रिश्ते जैसे थे वो वैसे ही हैं। ये 3 जो कानून है उनमें से 2 जो हैं वो ऑप्शंस मिली हुई हैं, अगर आप इस्तेमाल करना चाहें तो बहुत बढ़िया और नहीं करना चाहें तो कोई बात नहीं। ठीक है, रही बात एफसीआई की जी, तो साहब मेरे को ये बताइए कि इसमें क्या दिक्कत है कि अगर गरीब किसान की जेब में डायरेक्ट पैसा जाए, किसी के आगे उसको झोली ना फैलानी पड़े, क्या दिक्कत है? अगर गरीब का भला होता है, ये जो 1970 में एक नारा लगा था कि गरीबी हटाओ और उसके बाद आज तक नहीं हट पाई, ये वही काम करने जा रहे हैं। मैं ये समझना चाहता हूँ कि मलिक साहब आपने तो गरीबों को हटा दिया, गरीबी हटाने की बजाय। सर एक तो मिलान वाले बाबा जैसी जो बात है ना वो मत करो। मिलान वाले बाबा जो है ना वो कुछ सोचते समझते नहीं, आप तो सोचे आड़ती और किसानों के रिश्ते की बात आपने ये तो बड़ी सफाई से कर दी। आधी रात को आड़ती को जरूरत किसान को पड़ती है ना, कोई बेटी बीमार है या किसी की शादी, उसके पास चला जाता है पैसे लेने, आप क्या वहां पे अपने बंदे बिठाओगे? तो बाकी पूरे प्रदेश में आप एक चीज बताइए, 1 मिनट बताता हूँ ना भाई साहब, कहाँ जाएगा? जी जी मलिक। जो 24% का ब्याज लेता है किसान से, और आज किसान को बहुत सारे प्रदेशों में किसानी के लिए 0% पे भी मिलता है, तो वो कहाँ होगा? आपने तो सुखी लाला, जो मदर इंडिया का सुखी लाला था ना, उसको बचाने का ठेका ले रखा है। आपने मदर इंडिया को बचाने का ठेका नहीं लिया हुआ। नहीं, पर मलिक साहब आपने सभी आड़तीय एक ही कतार में खड़े कर दिए। सर देखिए, गेहूं के साथ घुन पिसता है, ये पुरानी कहावत है, लेकिन मैं आपसे एक चीज पूछता हूं, इस देश के अंदर विभिन्न प्रदेशों के अंदर विभिन्न सरकारों ने 3%, 2%, 4%, 0% पे किसानों को ब्याज पे पैसा दिया है या नहीं दिया है? नहीं सर, उसके बाद भी जरूरत पड़ती है। पंजाब क्यों नहीं बना पाया? नहीं मलिक साहब, पंजाब के पास ऐसा क्यों है कि वहां पे पंजाब की गवर्नमेंट जो है वो अपने कारिंदों को पैसा नहीं दे पाती तनख्वाह का भी? आपको पता है नहीं जमीन? सर मैं वही तो आपसे पूछ रहा हूँ ना, मैं आपको हकीकत बोल रहा हूँ। कोई बात नहीं, मैं आपको पहले आपने किसानों का गला ढूंढ दिया काले कानून लाके। नहीं ठीक है प्रिंस जी, एक सेकंड, किसान भी हमारे साथ हैं, उनसे पूछ लेते हैं ना उन्हें क्या दिक्कत? नहीं, मुझे 10 सेकंड दीजिए के घर में अगर औरत जा रही है तो वो जी आपने बड़ी तफसील से बात रखी है, मैं आपसे गुजारिश करता हूं आप 10 सेकंड रुकिए, मैं एक बार सवाल ले लूं। पंधेर साहब हमारे साथ हैं, वो बता देंगे कि दिक्कत क्या है। सरवंत सिंह पंधेर जी ने, पंधेर साहब देखो बीजेपी कह रही है कि अपग्रेडेशन तो होनी है चीज़ों की, ਤੇ ਉਹ ਵੀ ਸਵਾਲ ਕਹਿ ਰਹੇ ਨੇ ਕਿ 0% ਤੇ 2% ਤੇ 6% ਤੇ ਕਿਸਾਨਾਂ ਦੇ ਲਈ ਬਹੁਤ ਸਾਰੀਆਂ ਸਹੂਲਤਾਂ ਨੇ। ਆਪਾਂ ਇੱਕ ਇਸ ਗੱਲ ਕਰਕੇ ਇਸ ਪੂਰੇ ਮਾਮਲੇ ਦਾ ਵਿਰੋਧ ਕਰਦੇ ਰਹੀਏ ਕਿ ਸਾਨੂੰ ਰਾਤ ਨੂੰ 10 ਵਜੇ ਪੈਸਿਆਂ ਦੀ ਲੋੜ ਹੋਏਗੀ ਤਾਂ ਅਸੀਂ ਆੜਤੀਆਂ ਦੇ ਵੱਲ ਜਾਵਾਂਗੇ। ਉਹ ਕਹਿ ਰਹੇ ਨੇ ਕਿ ਇਹ ਤਰਕ ਜਦਮ ਨਹੀਂ, ਉਹ ਇਹ ਲਗਾਤਾਰ ਕਹਿ ਰਹੇ ਨੇ ਕਿ ਬਹੁਤ ਸਾਰੀਆਂ ਸਰਕਾਰਾਂ, ਹਰ ਇੱਕ ਸਰਕਾਰ ਸੂਬਿਆਂ ਦੀ ਉਹ ਕਿਸਾਨਾਂ ਨੂੰ ਵਿਆਜ ਦੇ ਉੱਤੇ ਘੱਟ ਵਿਆਜ ਤੇ ਪੈਸਾ ਦਿੰਦੀ ਹੈ। और अच्छा करा है हमने। ਪੰਧੇਰ ਸਾਹਿਬ ਦੇਖੋ ਜੀ, ਜਿਸ ਤੱਕ ਭਾਜਪਾ ਦੀ ਨੀਤੀ ਦਾ ਸਵਾਲ ਆ, ਉਹ ਤਾਂ ਖੇਤੀ ਕਾਨੂੰਨਾਂ ਨੂੰ ਵੀ ਇਹ ਕਹਿ ਕੇ ਵੀ ਖੇਤੀ 'ਚ ਸੁਧਾਰ ਕਰ ਰਹੇ ਆ, ਡੇਅਰੀ ਫਾਰਮਿੰਗ 'ਚ ਇਹੀ ਕਹੀ ਜੀ, ਹਰ ਤਰਕ ਤੇ ਉਹਨਾਂ ਦਾ ਹੈਗਾ ਵੀ ਅਸੀਂ ਸੁਧਾਰ ਕਰ ਰਹੇ ਆ, ਤੇ ਉਹਦੇ ਤੇ ਖੇਤੀ ਕਾਨੂੰਨ ਚੱਲ ਰਹੇ ਆ। ਹੁਣ ਉਹ ਐਫਸੀਆਈ ਵਾਲੇ ਮਸਲੇ ਤੇ ਵੀ ਇਹ ਦਾਅਵਾ ਠੋਕ ਰਹੇ ਆ ਵੀ ਅਸੀਂ ਕਿਸਾਨਾਂ ਦੇ ਭਲੇ ਲਈ ਕਰਨਾ, ਜਿਹਦੇ ਭਲੇ ਲਈ ਕਰਨਾ ਉਹਦੇ ਗੜੀ ਸਮੱਸਿਆ ਨੇ। ਇਹ ਦੱਸਣ ਵੀ ਬਿਹਾਰ 'ਚ ਇਹਨਾਂ ਦੀ ਸਾਂਝੀ ਸਰਕਾਰ 2006 'ਚ ਮੰਡੀ ਤੋੜੀ, ਉੱਥੇ ਤਾਂ ਮੰਡੀ ਹੈ ਹੀ ਨਹੀਂ, ਪ੍ਰਾਈਵੇਟੇਸ਼ਨ ਆ। ਉੱਥੇ ਦੱਸਣ ਨਾ ਉੱਥੋਂ ਦੇ ਕਿਸਾਨਾਂ ਦਾ ਕੀ ਚੰਗਾ ਹਾਲ ਆ। यूपी च थोड़ी सरकार है, थोड़ा जेकर फैक्ट दे नाल दस सकते नहीं पंधेर साहब लोकां तक पहुंच जाएगा। मैं वही सवाल कह रही हूं, सामने रखांगे ना, नहीं किवें ਤੁਹਾਨੂੰ ਨੁਕਸਾਨ ਹੋਏਗਾ? ਸਪੋਜ਼ ਕਰ ਲਓ ਤੁਹਾਡੀ ਫਸਲ ਹੈ, ਤੁਹਾਡੇ ਖਾਤੇ 'ਚ ਸਿੱਧਾ ਪੈਸਾ ਆ ਕੇ ਤੁਹਾਨੂੰ ਕੀ ਨੁਕਸਾਨ ਹੈ ਉਸ 'ਚ? दिक्कत गौरव जी मैं इनका जवाब देना चाहूंगा। मैं मलिक साहब आपसे लूंगा दिक्कत। हाँ मेरी सुन लीजिए फिर अपना दीजिएगा। ਹੁਣ ਦੇਖੋ ਪੰਜਾਬ ਦੇ ਵਿੱਚ ਆਬਾਦਕਾਰ ਕਿਸਾਨ ਨੇ, ਉਹ ਕਹਿੰਦੇ ਆ
ਉਹਨਾਂ ਦੀਆਂ ਕਿੱਥੇ ਜਾਣਗੀਆਂ? ਜ਼ਮੀਨਾਂ ਠੇਕੇ ਤੇ ਲੈਂਦੇ ਨੇ ਐਨਆਰਆਈ ਇਦੋਂ ਗਾ ਬਹੁਤ ਸਾਰੇ ਕਿਸਾਨਾਂ ਦੀ ਡੈਥ ਹੁੰਦੀ ਆ 10-10 ਸਾਲ ਉਹਨਾਂ ਦੇ ਮੁੰਡਿਆਂ ਦੇ ਨਾਲ ਜ਼ਮੀਨ ਦੀ ਚੜਦੀ ਹੈਗੀ, ਤਾਂ ਉਹ ਕੇਸਾਂ ਦਾ ਕੀ ਹੋਊਗਾ? ਇਹ ਕੇਸ ਕਿਸਮ ਦੇ ਵੀ ਆ। ਇਹ ਇਸ ਵੇਲੇ ਕੇਂਦਰ ਸਰਕਾਰ ਨੇ ਕਿਉਂ ਕਦਮ ਚੱਕਿਆ ਵੀ ਇਹ ਅੰਦੋਲਨ ਕਰ ਰਹੇ ਆ? ਮੰਡੀ ਦੇ ਵਿੱਚ 3 ਧਿਰਾਂ ਨੇ, ਕਮਿਸ਼ਨ ਏਜੰਟ ਵੀ ਲੜ ਰਿਹਾ, ਮੰਡੀ ਦੀ ਲੇਬਰ ਵੀ ਤੇ ਕਿਸਾਨ ਵੀ ਸੰਘਰਸ਼ ਕਰ ਰਿਹਾ। ਹੁਣ ਕਿਉਂ ਕਦਮ ਚੁੱਕਿਆਗਾ? ਫੁੱਟ ਪਾਉਣ ਦੀ ਨੀਤੀ ਵੀ ਅੰਦੋਲਨ ਨੂੰ ਤਾਰ ਪਿੰਡੋਂ ਕਿਵੇਂ ਕੀਤਾ ਜਾਵੇ। ਦੂਸਰਾ, ਜੇ ਸਰਕਾਰ ਇੰਨੀ ਸੀਰੀਅਸਨੈਸ ਆ, ਕਿਸਾਨਾਂ ਸਿਰ ਕਰਜ਼ਾ ਵਾ, ਆੜਤੀਆਂ ਦਾ ਵੀ ਆ, ਬੈਂਕਾਂ ਦਾ, ਉਹ ਲਾ ਦੇਵੇ ਹੈ ਪਹਿਲੋਂ, ਸਾਨੂੰ ਲੋੜ ਨਾ ਹੋਵੇ, ਉਹ ਸਿਸਟਮ ਵਧੀਆ ਲੈਵੇ ਕਰਜ਼ੇ ਵਾਲਾ। ਕਰਜ਼ੇ ਤੇ ਕੋਈ ਕਾਨੂੰਨ ਲਿਆਂਦਾ ਇਹਨਾਂ ਨੇ, ਕੇਂਦਰ ਸਰਕਾਰ ਨੇ, ਇੱਥੇ ਦਬਾ। ਸੋ ਇਸ ਕਰਕੇ ਫੁੱਟ ਪਾਉਣ ਦੀ ਨੀਤੀ ਆ ਇਸ ਵੇਲੇ। ਛੋਟਾ ਕਿਸਾਨ ਆ, ਛੋਟੀ ਉਹਦੀ ਜ਼ਮੀਨ ਆ, ਉਹਨੂੰ ਲੋੜਾਂ ਨੇ, ਉਹ ਲੋੜਾਂ ਇਸ ਵੇਲੇ ਚਲੋ ਆਪਾਂ ਜਵਾਬ ਲੈ ਲਈਏ ਸਰ, ਮੈਂ ਤੁਹਾਡੇ ਕੋਲ ਆਣਾ, ਆਪਾਂ जवाब ले लिए। रमन जी टाइमिंग पर सवाल है कि फूट डालने की रणनीति है। सबसे पहले तो कैप्टन अरविंदर सिंह और राहुल गांधी से ये सवाल इनको करना चाहिए कि जब सरकार बना रहे थे तो बोला था अब होगा न्याय, तो ये अन्याय क्यों कर रहे हैं पंजाब के किसानों के साथ। नंबर 2, 2006 का मंडी एक्ट प्राइवेट मंडी खोलने की इजाजत देता है, कैप्टन अरविंदर सिंह ने पास करा हुआ है। ये भी बताया हुआ है कि कौन लाइसेंस देगा। 12A जो पॉइंट है वो ये बोलता है कि आप जो पॉलिटिकली अपॉइंटेड मंडी कमेटी है उसके फैसले के विरुद्ध आप कोर्ट नहीं जा सकते। तब ये सारे क्यों चुप थे? तब क्यों नहीं बोले? 2006 से लेकर 2020 2021 तक जो चीज राक्षस नहीं बन पाई वो अब कैसे बन पाएगी? अब आइए आगे सवाल। आगे इन्होंने बोला कि किसानों का ऋण माफ, तो कैप्टन साहब से पूछिए वो वादा कहाँ गया? तेरा वादा, वो झूठी कस्में, वो इरादा जी, ये तो कैप्टन साहब बताएंगे ना कि वो इरादा कहाँ गया। वो कह रहे हैं कि आपकी टाइमिंग ठीक नहीं है। दिक्कत आप लोगों के साथ ये है कि आप राहुल गांधी की वेलोसिटी जो होते हैं, जुपिटर्स वेलोसिटी, नहीं देखिए मलिक साहब, सवाल आपसे ज्यादा होंगे, लेकिन एक बीच ये भी है कि हरियाणा बीजेपी तो बेशक आप कह रहे हैं कि नहीं कानून ठीक है या नए नियम ठीक है, लेकिन पंजाब बीजेपी के नेताओं ने कहा है कि हम बात करेंगे कि 1 साल के लिए टाल मैं आज आपको बताता हूँ जी। ये जो नारंग साहब के साथ हुआ, ये कांग्रेस के भेजे हुए गुर्गे थे जी, जिन्होंने करा है ये। नहीं सर, किसान कह रहे हैं, किसान थे, जवाब नहीं है। टीवी पे बैठ के साहब ने बहुत कुछ बोला है, मेरे को जवाब देना है आपके पास। जी जी, बंदेल साहब ने बहुत कुछ बोला, मैं बिल्कुल जवाब दे रहा हूं सर आपको। अभी थोड़ा जल्दी कंप्लीट कर लीजिए सबसे, क्योंकि अभी सीमा जी और जब ये बात कर रहे श्याम बहादुर जी भी जुड़े, पूछना चाहूंगा। अभी तो इन्होंने ये भी बताना 2006 वाले पे इन्होंने क्यों नहीं कहा 14 साल क्यों सोए। अब मैं आगे सवाल आता हूं कि मैं ये पूछता हूं कि आज की डेट के अंदर आप ये बोल रहे हैं किसान को एक बारी ऋण माफ कर दीजिए, सारा सिस्टम क्लीन हो जाएगा, लेकिन मेरे को ये बताइए जो ये पूरे आंदोलन का मानस है वो सिर्फ पंजाब से ही क्यों उठा हुआ है? क्योंकि यहाँ पे ये आयोजित और प्रायोजित है, ये कैप्टन की अपने आप को बचाने की चाल है। मलिक साहब मैं माफी चाहूंगा, देखिए बिल्कुल हम मुद्दे से ना भटक जाएं। आप किसान आंदोलन के ऊपर किसान आंदोलन के ऊपर बहुत सारी डिस्कशंस पहले हो चुकी हैं। बिल्कुल नहीं, 20 सेकंड कुछ कहना चाह रहे हैं, उसके बाद मैं चीमा जी के पास जाऊं। जैसे आपने करनाल भेजे थे कैमला गाँव में गुंडे। ठीक है मलिक साहब, आप आरोप लगा रहे हैं, एक बार जवाब ले लीजिए कांग्रेस से। ਇਹਦਾ ਜਵਾਬ ਲੈ ਲਓ ਜੀ, ਇਹਦਾ ਜਵਾਬ ਲਿਓ ਜੀ। मैं मलिक साहब को पहले तो ये कोई प्रूफ है नहीं कि जी कांग्रेस की अपनी डिबेट सारियां सरकारों के खिलाफ 2014 में इसकी जिम्मेदारी वैल्यू कट असि ਉਹਦੇ ਤੇ ਵੀ ਲੜੇ ਸੀ। ਸਾਨੂੰ आप भाषण देते हो ना, बयानबाजी करते हो, तो किसी वजह से नारंग साहब का ये हाल हुआ है। साहब मैं ਤੁਹਾਡੇ ਕੋਲ आ रहे हैं, पंदेर साहब 20 सेकंड दो, मैं किसानी मुद्दे को तो आप सुलझा नहीं पाए, बिलों का मसला आप हल नहीं कर पाए। आप फिर कह रहे हो कि वो आयोजित परियोजित है, लाखों की गिनती में वहां पे किसान बैठे, आयोजित परियोजित है वो। ठीक है, देखो ਆਪਾਂ ਮਲੋੜ ਦੇ ਉੱਤੇ ਜਾਂ ਕਰਨਾਲ ਦੇ ਮੁੱਦੇ ਦੇ ਉੱਤੇ डिबेट ਨੂੰ ਨਾ ਲੈ जाइए, ਆਪਾਂ एफसीआई वाले मुद्दे पे एफसीआई वाले मेरे को ये बताइए, आप किसान नेता अगर हैं तो मेरे को सिर्फ इतना सा चीज बताइए कि आज तक कितनी रैलियों में किसान नेताओं ने इन तीनों बिल को किसानों के हाथ रख के फिर इसके ऊपर विचार विमर्श करा कि ये बिल है, इसमें ये लिखा है। टूर साहब ने कल किताब तो सफेद नहीं बता पाए काले कानूनों का, उन्होंने काले मलिक जी, प्रिंस जी, गुजारिश है सर एफसीआई वाले पर रहें, क्योंकि किसानों का इशू बहुत बड़ा है और इसके ऊपर हम पहले भी डिस्कशन खासतौर पर आंदोलन पर, कृषि कानूनों पर कर चुके हैं, इनफैक्ट आगे भी करते रहेंगे।
ਪੰਦੇਰ ਸਾਹਿਬ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ ਸਰ? 20 ਸੈਕਿੰਡਸ ਪਲੀਜ਼। ਮੈਂ ਇਹਨਾਂ ਦਾ ਇਹ ਜਿਹੜਾ ਵਿਸ਼ੂ ਇਹਨਾਂ ਚੁੱਕਿਆ, ਇਹ ਦੱਸਣ ਨਾ ਹਰਿਆਣਾ 'ਚ ਇਹਨਾਂ ਦੀ ਸਰਕਾਰ ਹੈ, ਹਰਿਆਣੇ ਵਾਲੇ ਕਿਸਾਨ ਕੋ ਵਿਰੋਧ ਕਰ ਰਹੇ ਆ। ਜੇਜੇਪੀ ਜਾਂ ਇਹਨਾਂ ਦੀ ਸਰਕਾਰ ਉੱਥੇ ਰੈਲੀਆਂ ਕਿਉਂ ਨਹੀਂ ਕਰ ਪਾ ਰਹੀ? ਮੁੱਖ ਮੰਤਰੀ ਆਪਦੀ ਰੈਲੀਆਂ ਕੋ ਰੱਦ ਕਰ ਦਿੰਦੇ ਆ। ਯੂਪੀ 'ਚ ਇਹਨਾਂ ਦੀ ਸਰਕਾਰ ਆ, ਯੂਪੀ 'ਚ ਕਿੱਡੇ ਵੱਡੇ ਹੋ ਰਿਹਾ। ਠੀਕ ਹੈ, ਤੁਹਾਡਾ ਉਹ ਤਾਂ ਫਿਰ ਪੋਲੀਟੀਸਾਈਜ਼ ਨਾ ਹੋ ਜਾਏ ਮੁੱਦਾ। ਦੇਖੋ ਉਹ ਕਹਿੰਦੇ ਨੇ ਕਾਂਗਰਸ, ਅਸੀਂ ਬਿਲਕੁਲ ਸਾਰੇ ਖਿਲਾਫ ਦੇ ਲਈ, ਉਹ ਤਾਂ ਮਲੋਟ ਦੇ ਲਈ ਕਾਂਗਰਸ ਦੇ ਉੱਤੇ ਇਲਜ਼ਾਮ ਲਗਾ ਗਏ, ਉਹ ਤਾਂ ਕਾਂਗਰਸ ਦੇ ਉੱਤੇ ਇਲਜ਼ਾਮ ਲਗਾ ਗਏ। ਆਪਾਂ ਮੁੱਦੇ ਦੇ ਉੱਤੇ ਰਹੀ, ਆਪਾਂ ਐਫਸੀਆਈ ਵਾਲੇ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਕਿ ਵਾਕਈ ਫਾਇਦਾ ਕਿਸ ਦਾ, ਨੁਕਸਾਨ ਕਿਸ ਦਾ। ਮੈਂ ਤੁਹਾਡੇ ਕੋਲ ਵਾਪਸ ਆਉਣਾ। ਪੰਦੇਰ ਸਾਹਿਬ ਥੋੜੇ ਸਮਾਂ ਦਿਓ ਮੈਨੂੰ। ਸਾਡੇ ਨਾਲ ਚੀਮਾ ਸਾਹਿਬ ਜੁੜੇ ਹੋਏ ਨੇ ਆੜਤੀ ਐਸੋਸੀਏਸ਼ਨ ਪੰਜਾਬ ਤੋਂ। ਚੀਮਾ ਜੀ, ਤੁਹਾਡਾ ਫਸਟ ਰਿਐਕਸ਼ਨ ਕੀ ਪ੍ਰੋਬਲਮ ਹੈ ਸਰ ਆੜਤੀਆਂ ਨੂੰ? ਜੇ ਤੁਹਾਡਾ ਪੈਸਾ, ਜੋ ਤੁਹਾਡਾ ਕਮਿਸ਼ਨ ਬਣਦਾ ਉਹ ਤੁਹਾਡੇ ਕੋਲ ਆਏਗਾ, ਜੋ ਕਿਸਾਨਾਂ ਦਾ ਪੈਸਾ ਬਣਦਾ ਉਹ ਕਿਸਾਨਾਂ ਕੋਲ ਜਾਏਗਾ, ਜੋ ਮੰਡੀ ਫੀਸ ਹੈ ਉਹ ਮੰਡੀ ਵਾਲਿਆਂ ਕੋਲ ਜਾਏਗੀ। ਕਿਉਂ ਪ੍ਰੋਬਲਮ ਕੀ ਹੈ ਸਰ ਇਸ ਦੇ ਵਿੱਚ? ਐਫਸੀਆਈ ਵਾਲਾ ਜਿਹੜਾ ਨਵਾਂ ਨਿਯਮ ਹੈ। ਚੀਮਾ ਜੀ, ਜਿੱਥੋਂ ਤੱਕ ਮੇਰੀ ਆਵਾਜ਼ ਆ ਰਹੀ ਜੀ? ਤੁਹਾਡੀ ਆਵਾਜ਼ ਆ ਰਹੀ ਹੈ, ਤੁਹਾਡੀ ਆਵਾਜ਼ ਆ ਰਹੀ ਹੈ ਜੀ। ਜਿੱਥੋਂ ਤੱਕ ਮਲਕ ਸਾਹਿਬ ਨੇ ਗੱਲ ਕੀਤੀ ਹੈ, ਭੁੱਲਰ ਸਾਹਿਬ ਨੇ ਵੀ ਗੱਲ ਕੀਤੀ ਹੈ, ਮੈਂ ਜਿਹੜਾ ਸਵਾਲ ਤੁਹਾਡਾ ਇਹਦਾ ਜਵਾਬ ਦੇਣ ਤੋਂ ਪਹਿਲਾਂ ਥੋੜਾ ਜਿਹਾ ਇੱਕ ਚੀਜ਼ ਕਲੀਅਰ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਪੁਰਾਣਾ ਸਿਸਟਮ ਸਾਡਾ ਜਿਹੜਾ ਹੈ ਉਹ ਚੱਲ ਰਿਹਾ ਹੈ ਕਿ ਜਿਸ ਨਾਲ ਏਪੀਐਮਸੀ ਦੇ ਥਰੂ ਜੀ ਇੱਕ ਪ੍ਰੋਵੀਜ਼ਨ ਬਣਿਆ ਹੋਇਆ ਹੈ ਕਿ ਕਿਸਾਨ ਦੀ ਇੱਕ ਮਰਜ਼ੀ ਹੈ, ਆਪਸ਼ਨ ਮਿਲੀ ਹੋਈ ਹੈ ਉਹਨੂੰ ਕਿ ਉਹ ਸਿੱਧੀ ਲਵੇ ਜਾਂ ਆੜਤੀ ਤੋਂ ਲੈ ਲਵੇ। ਠੀਕ ਹੈ। ਤਾਂ ਪਿਛਲੇ 8 ਸਾਲ ਤੋਂ ਇਹ ਆਪਸ਼ਨ ਜਿਹੜੀ ਹੈ ਕਿਸਾਨ ਨੇ ਅਡਾਪਟ ਕੀਤੀ ਔਰ ਕਿਸਾਨ ਆੜਤੀ ਤੋਂ ਕਿਉਂ ਪ੍ਰੈਫਰ ਕਰ ਰਿਹਾ ਹੈ, ਇਦੋਂ ਵੱਡਾ ਸਬੂਤ ਕੋਈ ਸਾਨੂੰ ਚਾਹੀਦਾ ਨਹੀਂ ਗਾ ਇਸ ਗੱਲ ਦਾ ਜੀ ਕਿ ਕਿਸਾਨ ਨੂੰ ਸਿੱਧੀ ਦੇਣ ਚ ਕੀ ਹਰਜ ਹੈ ਜਾਂ ਕਿਉਂ ਕਿਸਾਨ ਜਿਹੜਾ ਸਿੱਧੀ ਨਹੀਂ ਲੈ ਰਿਹਾ। ਨਹੀਂ ਚੀਮਾ ਸਾਹਿਬ, ਨੁਕਸਾਨ ਦੱਸ ਦਿਓ ਤੁਸੀਂ। ਮੈਂ ਤੁਹਾਡੀ ਗੱਲ ਸਮਝ ਰਿਹਾ, ਆਪਾਂ ਸਾਰੇ ਉਹੀ ਗੱਲ ਕਰ ਰਹੇ ਹਾਂ ਕਿ ਦੇਖੋ ਬਹੁਤ ਪੁਰਾਣਾ ਸਿਸਟਮ ਹੈ। ਕਿਸੇ ਦਿਨ ਏਪੀਐਮਸੀ ਵੀ ਆਇਆ ਸੀ, ਹੋ ਸਕਦਾ ਹੈ ਕਿ ਉਸ ਸਮੇਂ ਉਸ ਦਾ ਵੀ ਵਿਰੋਧ ਹੋਇਆ ਹੋਵੇ। ਬੀਜੇਪੀ ਤਾਂ ਇਹ ਤਰਕ ਦੇ ਰਹੀ ਹੈ ਨੇ ਕਿ ਨਵਾਂ ਸਿਸਟਮ ਹੈ, ਲੋਕਾਂ ਨੂੰ ਫਾਇਦਾ ਹੋਏਗਾ, ਆਨਲਾਈਨ ਹੋ ਰਹੀਆਂ ਨੇ ਚੀਜ਼ਾਂ, ਦੁਨੀਆ ਭਰ ਚ ਆਨਲਾਈਨ ਹੋ ਰਿਹਾ, ਤਾਂ ਫਿਰ ਇਤਰਾਜ਼ ਕਿਉਂ? ਨਹੀਂ, ਮੈਂ ਇਹ ਕਹਿ ਰਿਹਾ ਜੀ, ਆੜਤੀ ਤਾਂ ਪਹਿਲਾਂ ਹੀ ਆਨਲਾਈਨ ਕਰ ਰਹੇ ਹੈ ਜੀ। ਜੋ ਅਗਰ ਸਰਕਾਰ ਕਿਸਾਨ ਦੇ ਖਾਤੇ ਆਨਲਾਈਨ ਪਾਵੇ ਜੀ ਜਾਂ ਆੜਤੀ ਉਹਦੇ ਖਾਤੇ 'ਚ ਆਨਲਾਈਨ ਪਾਵੇ ਤਾਂ ਉਹਦਾ ਮਲਕ ਸਾਹਿਬ ਮੈਨੂੰ ਦੱਸਣ ਨਾ ਕਿ ਡਿਫਰੈਂਸ ਕੀ ਹੈ। ਅਗਰ ਕੋਈ ਕਿਸਾਨ ਕੰਪਲੇਂਟ ਕਰਦਾ ਹੈ ਕਿ ਮੈਨੂੰ ਜੀ ਆੜਤੀ ਲੇਟ ਕਰਦਾ ਪੇਮੈਂਟ, ਤੁਸੀਂ ਤਾਂ ਦੱਸੋ। ਅਗਰ ਆੜਤੀ ਉਹਨੂੰ ਬੈਂਕ ਦੇ ਵਿੱਚ ਪੇਮੈਂਟ ਪਾ ਰਿਹਾ ਹੈ, ਫਰਕ ਸਿਰਫ ਇੰਨਾ ਹੈਗਾ ਗੌਰਵ ਕਿ ਜੋ ਕਿਸਾਨ ਫਸਲ ਬੀਜਣ ਤੋਂ ਲੈ ਕੇ ਫਸਲ ਵੱਢਣ ਤੱਕ ਜੋ ਖਰਚੇ ਕਰਦਾ ਉਹ ਇੰਸਟਾਲਮੈਂਟ ਜੋ ਪੇਮੈਂਟ ਜਿਹੜੀ ਹੈ ਲੈਂਦਾ ਰਹਿੰਦਾ ਹੈ ਤੇ ਜਦੋਂ ਉਹਦੀ ਫਸਲ ਵਿਕਦੀ ਹੈ ਉਹ ਨੈਟ ਸ਼ੈਲ ਉਹਨੂੰ ਕਵਰ ਕਰਕੇ ਬਾਕੀ ਪੇਮੈਂਟ ਆਪਣੀ ਬੈਲੈਂਸ ਜਿਹੜੀ ਹੈ ਲੈ ਲੈਂਦਾ ਹੈ। ਇਸ ਸਿਸਟਮ ਚ ਉਹਨੂੰ ਇਹ ਜਿਹੜਾ ਪੈਸਾ ਮਿਲਦਾ ਹੈ ਇਹ ਗੌਰਵ ਵਿਦਆਊਟ ਐਨੀ ਸਿਕਿਉਰਿਟੀ ਮਿਲਦਾ ਹੈ ਔਰ ਇਹ ਸਿਰਫ ਇਸੇ ਗੁੱਡ ਫੇਥ ਤੇ ਮਿਲਦਾ ਹੈ ਕਿ ਪੇਮੈਂਟ ਜਿਹੜੀ ਹੈ ਆੜਤੀਆਂ ਦੇ ਥਰੂ ਰੋਟੇਟ ਹੋਏਗੀ। ਅਗਰ ਇਹ ਸਿਸਟਮ ਨਹੀਂ ਰਹੇਗਾ ਤਾਂ ਜਿੰਨਾ ਵੱਡਾ ਹਿੱਸਾ ਸਾਡੇ ਟੈਨੈਂਟ ਫਾਰਮਰਾਂ ਦਾ ਹੈ, ਨਾ ਉਹਨਾਂ ਨੂੰ ਬੈਂਕ ਲੋਨ ਦਿੰਦੇ ਆ, ਨਾ ਉਹਨਾਂ ਨੂੰ ਸੁਸਾਇਟੀਆਂ ਲੋਨ ਦਿੰਦੀਆਂ ਨੇ, ਉਹ 40% ਫਾਰਮਰ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਐਡਵਾਂਸ ਕੀਤਾ ਹੋਇਆ ਜੀ ਉਹਨਾਂ ਨੂੰ ਇਹ ਫਰਕ ਵਾਲੇ ਸਿਸਟਮ 'ਚ ਔਰ ਡਾਇਰੈਕਟ ਪੇਮੈਂਟ ਦੇ ਚੱਕਰ 'ਚ ਇਸ ਤਰੀਕੇ ਨਾਲ ਪਾ ਦੇਣਗੇ ਕਿ ਡਾਇਰੈਕਟ ਪੇਮੈਂਟ ਜਾਏਗੀ ਉਹਦੇ ਖਾਤੇ 'ਚ ਉੱਤੇ ਜ਼ਮੀਨ ਹੈ। ਸੋ ਇਹਨਾਂ ਪ੍ਰੋਬਲਮ ਕਰਕੇ ਜਿਹੜੀ ਹੈ ਨਾ ਅਸੀਂ ਇਹਦਾ ਮਤਲਬ ਵਿਰੋਧ ਕਰ ਰਹੇ ਹਾਂ। ਤੇ ਮਲਕ ਸਾਹਿਬ ਮੈਂ ਤੁਹਾਨੂੰ ਦੱਸਦਾ ਜੀ, ਕਿਸੇ ਵੇਲੇ ਤੁਸੀਂ ਵਕਾਲਤ ਕਰਦੇ ਸੀਗੇ ਫੈਡਰਲ ਸਿਸਟਮ ਦੀ, ਕਾਂਗਰਸ ਦਾ ਰਾਜ ਸੀਗਾ ਔਰ ਅੱਜ ਜਦੋਂ ਫੈਡਰਲ ਸਿਸਟਮ ਦੀ ਗੱਲ ਪੰਜਾਬ ਕਰਦਾ ਹੈ ਤਾਂ ਤੁਸੀਂ ਕਹਿੰਦੇ ਹੋ ਜੀ ਇਹ ਕਾਂਗਰਸ ਕਰਾ ਰਹੀ ਹੈ, ਅਕਾਲੀ ਕਰਾ ਰਹੇ। ਪਰ ਮੈਂ ਤੁਹਾਨੂੰ ਬੇਨਤੀ ਕਰਦਾ ਜੀ, ਤੁਹਾਡੇ ਆਪਣੇ ਸੂਬੇ 'ਚ ਵੀ ਇਹ ਆਪਸ਼ਨ ਪਿਛਲੇ ਸੀਜ਼ਨ ਅਡਾਪਟ ਕੀਤੀ ਗਈ ਕਿਸਾਨਾਂ ਨੇ, ਉਹਨਾਂ ਨੂੰ ਤੁਸੀਂ ਆਪਸ਼ਨ ਦਿੱਤੀ ਕਿ ਤੁਸੀਂ ਕਿਹਦੇ ਥਰੂ ਲੈਣੀ ਹੈ। ਤਾਂ ਹਰਿਆਣਾ ਦੇ ਵੀ ਕਿਸਾਨਾਂ ਨੇ ਆਪਸ਼ਨ ਲਈ ਕਿ ਅਸੀਂ ਆੜਤੀ ਦੇ ਥਰੂ ਪੇਮੈਂਟ ਲੈਣੀ ਹੈ। ਸੋ ਮੈਂ ਕਾਂਗਰਸ ਪਾਰਟੀ ਦੇ ਨੁਮਾਇੰਦੇ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਚਿੱਠੀ ਭੇਜੀ ਹੈ ਕੇਂਦਰ ਨੂੰ ਉਹ ਪ੍ਰੈਸ ਨੂੰ ਜਾਰੀ ਕਰੋ। ਮੇਰੇ ਖਿਆਲ ਅਜੇ ਵੀ ਤੁਸੀਂ ਏਪੀਐਮਸੀ ਦਾ ਜ਼ਿਕਰ ਨਹੀਂ ਕਰ ਰਹੇ, ਫੈਡਰਲ ਗੱਲ ਨਹੀਂ ਕਰ ਰਹੇ, ਸਿਰਫ ਟਾਈਮ ਮੰਗ ਰਹੇ ਹੋ ਜਿਸ ਕਰਕੇ ਜੀ ਚੀਮਾ ਜੀ ਤੁਸੀਂ ਆਪਣੀ ਗੱਲ ਤਫਸੀਲ ਨਾਲ ਰੱਖੀਏ। ਮੈਨੂੰ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਹੋਏਗਾ। ਸਾਡੇ ਨਾਲ ਇਸ ਵਿਚਾਲੇ ਸ਼ਾਮ ਬਹਾਦਰ ਖੁਰਾਨੀਆ ਜੀ ਵੀ ਜੁੜੇ ਹੋਏ ਨੇ ਜੋ ਕਿ ਹਰਿਆਣਾ आरती एसोसिएशन को रिप्रेजेंट करेंगे, प्रधान ने उन्होंने। खुरानिया जी, ब्रेक के बाद ही मैं आपके पास आ पाऊंगा, लेकिन ब्रेक के बाद शुरुआत आपसे करूंगा और जानने की कोशिश होगी कि आखिर हरियाणा में सिस्टम क्या है, क्या वाकई ही किसानों के खाते में सीधा पैसा जा रहा है या नहीं जा रहा। मैं एक छोटे से ब्रेक के बाद आपके पास आऊंगा। छोटा सा ब्रेक ले रहे हैं, फौरन वापस आएंगे।
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰਾਈਮ ਟਾਈਮ ਦੇ ਵਿੱਚ। ਅੱਜ ਅਸੀਂ FCI ਦੇ ਮੁੱਦੇ ਉੱਤੇ ਗੱਲਬਾਤ ਕਰ ਰਹੇ ਹਾਂ, ਸਿੱਧੀ ਅਦਾਇਗੀ ਵਾਲੇ ਮਸਲੇ ਉੱਤੇ ਗੱਲਬਾਤ ਕਰ ਰਹੇ ਹਾਂ। ਕੁਝ ਸਵਾਲ ਨੇ ਜੋ ਹਰ ਕੋਈ ਜਾਣਨਾ ਚਾਹੁੰਦਾ ਹੋਵੇਗਾ ਕਿ ਕਿਸਾਨਾਂ ਦੀ ਫਸਲ ਦੀ ਸਿੱਧੀ ਅਦਾਇਗੀ ਦੇ ਉੱਤੇ ਬਵਾਲ ਕਿਉਂ ਹੈ, ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਨਾਲ ਕੀ ਫਾਇਦਾ ਹੋਵੇਗਾ ਜਾਂ ਕੀ ਨੁਕਸਾਨ ਹੋਵੇਗਾ, ਕਿ ਕਿਸਾਨਾਂ ਤੇ ਆੜਤੀਏ ਦੇ ਰਿਸ਼ਤੇ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਉਹ ਸਾਰੇ ਸਵਾਲ ਨੇ ਜਿਨ੍ਹਾਂ ਦੇ ਉੱਤੇ ਅੱਜ ਅਸੀਂ ਚਰਚਾ ਕਰ ਰਹੇ ਹਾਂ ਤੇ ਜਵਾਬ ਲੈਣ ਦੀ ਕੋਸ਼ਿਸ਼ ਵੀ ਹੋ ਰਹੀ ਹੈ। ਇੱਥੇ ਇੱਕ ਹੋਰ ਛੋਟੇ ਜਿਹੇ ਬ੍ਰੇਕ ਲਈ ਸਾਨੂੰ ਰੁਕਣਾ ਹੋਏਗਾ, ਵਾਪਸ ਆਵਾਂਗੇ, ਚਰਚਾ ਨੂੰ ਅੱਗੇ ਵਧਾਵਾਂਗੇ, ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਹੋਵੇਗੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਜ਼ਿਕਰ ਕਰ ਰਹੇ ਹਾਂ ਸਿੱਧੀ ਅਦਾਇਗੀ ਦਾ, FCI ਦੇ ਨਵੇਂ ਨਿਯਮ ਜਿਸ ਨੂੰ ਲੈ ਕੇ ਕੇਂਦਰ ਚਿੱਠੀ ਲਿਖ ਰਿਹਾ ਹੈ ਤੇ ਪੰਜਾਬ ਸਰਕਾਰ ਕਲੀਅਰ ਕਹਿ ਰਹੀ ਹੈ ਕਿ ਇਹ ਕਾਨੂੰਨ ਠੀਕ ਨਹੀਂ, ਰਿਸ਼ਤੇ ਜੋ ਆੜਤੀਆਂ ਤੇ ਕਿਸਾਨਾਂ ਦੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ। ਪਰ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵਾਕਈ ਪੰਜਾਬ ਤੇ ਹਰਿਆਣਾ 'ਚ ਵੱਖੋ ਵੱਖਰੇ ਇਸ ਸਮੇਂ ਹਾਲਾਤ ਨੇ, ਕਿ ਹਰਿਆਣਾ 'ਚ ਸਭ ਕੁਝ ਆਲ ਇਜ਼ ਵੈਲ ਹੈ ਨਵੇਂ ਨਿਯਮਾਂ ਤੋਂ ਬਾਅਦ ਵੀ। ਇਸ ਸਮੇਂ ਸਾਡੇ ਨਾਲ श्याम बहादुर खुरानिया जी जुड़े हुए ਨੇ, ਪ੍ਰਧਾਨ हरियाणा ਦੇ। खुरानिया साहब, शुरुआत इस सेगमेंट की तुहाडे तो ही, सबसे पहले यही जानना चाहते हैं कि क्या हरियाणा में इस तरह हो चुका है कि सीधा पैसा अब किसान के पास जाता है और आड़ती के पास नहीं जाता? ऐसे है सर, अभी पिछले 20-21 में इन्होंने किसानों के खाते में भी पैसा भेजा और आड़तियों के खाते में भी, लेकिन किसान कहते हैं कि हमें आड़ती के थ्रू पेमेंट चाहिए जी। तो उनसे पूछा भाई आप डायरेक्ट ले लो, उन्होंने कहा जी नहीं, हमारा जो है ना किसान का और आड़ती का बरसों पुराना संबंध है, रिश्ता है जी। हम इस संबंध को कायम रखना चाहते हैं, तोड़ना नहीं चाहते हैं जी। सरकार आए साल आई छमाई नई पॉलिसी लाके खड़ी कर देती है जी। काम सरकार का है रोजगार देना, रोजगार खोजना नहीं है। अभी इन्होंने बात कही CM साहब ने, खट्टर साहब ने, भाई जे पेमेंट लेट होगी तो हम 9% इंटरेस्ट देंगे। चलो आप आ जाओ, इंटरेस्ट पे भी आ जाओ। पिछले साल 20-21 में इन्होंने करोड़ों रुपए इंटरेस्ट के काटे आड़तियों के पास से काट लिए, बोले जी किसानों का जाएगा, आपने लेट पेमेंट की है। ना तो आज तक वो किसानों के खाते में पहुंचे, ना आड़ती के खाते में पहुंचे हैं, आड़ती से पैसे कट गए। सरकार पहले अपनी बात पे कायम रहे, एक चीज पे कायम रहे, कभी कुछ कानून लागू करते हैं। आज हमने अखबार उजाला में पढ़ा CM साहब की स्टेटमेंट, नो कहे भाई जो पैसा जाएगा सीधा आड़ती के खाते, ना किसान के खाते में जाएगा, जो आड़त है ना वो भी वही देगा किसान। किसान क्यों देगा दामी, काम हम करेंगे, हमें तो बताओ ना, काम हर से करा रहे हो, दामी किसान क्यों देगा? खुरानिया साहब, एक और चीज जानना चाहता हूं आपसे, क्या लैंड रिकॉर्ड जो मांगा गया वो हरियाणा में सभी किसानों ने दे दी? आपके पास है ऐसी कोई जानकारी? बहुत सारे किसान आपके पास आते हैं। नहीं, अभी कोई जानकारी नहीं है। बाकी जहां तक ये बात है, ये कहते हैं जी अब देखो ठेके पे जमीन लेते हैं जी किसान, कहीं बाहर गए हुए हैं, उनकी जमीन ठेके पे चली जाती है, नाम तो असली मालिक के नाम खड़ी है। जब गवर्नमेंट पैसा उन्होंने ये भी कह दिया, कहते हैं हरियाणा में पूरा सिस्टम बना दिया हमने, वो कह रहे हैं हरियाणा में हमने पूरा सिस्टम बना दिया कि हरियाणा में अगर किसी के पास जमीन नहीं है, कोई दूसरे की जमीन लेकर खेती कर रहा है, तो जो खेती कर रहा है उसके पास पैसा आएगा। इसका क्या प्रूफ है जी, बताओ क्या सबूत है? उसके खाते में आएगा। सर चिट्ठी में लिखा हुआ है, पीयूष गोयल की चिट्ठी में है, उसकी चिट्ठी में है ना जी। आज आप मेरी बात सुन लीजिए, फिर आड़तियों का क्या कसूर है? मैंने ये तो बताओ, आड़ती क्यों बाहर काटे जा रहे हैं? अब एक किसान कणक की ट्रैली ले आया गेहूं की, आप सुन लिए मेरी बात जी, गेहूं की ट्रैली कणक की लिया और एक लिया तेल का डोल खाली, बोले लाला जी कणक मेरी उतर गई, मुझे 20,000 रुपये डीजल के लिए चाहिए। जब किसान के खाते में पैसा चला जाएगा, आड़ती कहां से देगा डीजल के पैसे? बताओ। ठीक है, चलो ये वैलिड पॉइंट आपका, यही समझना चाह रहे हैं, लेकिन आप ये कह रहे हैं या बीजेपी? नहीं देखिए, और थोड़ा सा आसान शब्दों में खुरानिया साहब, एक बार फिर से मैं सवाल पूछ रहा हूं, मैं एक और सवाल पूछ रहा हूं, आप बताइए। ऐसा करो कि सरकार बनाती है पब्लिक,
एमएलए चुनती है पब्लिक। ठीक है, पब्लिक का एमएलए का काम है सीएम साहब को आगे कराना कि जी ऐसे ठीक है। होना खुरानिया चाहिए। साहब एक और सवाल है, थोड़ा सा और बनाते क्लियर हैं। कीजिए अपना। जी जी हाँ जी जी। खुरानिया साहब ये बताइए कि किसानों के सामने ऑप्शन दी गई कि हाँ आप जी। इनमें से कोई विकल्प चुन लीजिए कि या तो आप आढ़तिये से या फिर आप सीधा पैसा लेंगे। क्या ऐसा ही हुआ हरियाणा वो में? किसानों का मत ये है कि हम आड़ती के थ्रू पैसा लेंगे। इनकी ऑप्शन है, ठीक है, हरियाणा गवर्नमेंट की। ठीक है, ठीक है। हरियाणा मैं आपके गवर्नमेंट पास की वापस option है। आऊंगा। प्रिंस खुलर जी, अच्छा जी। प्रिंस खुलर जी, दो सवाल ने, एक ਤਾਂ ਕਿ ਜੇਕਰ ਆਪਸ਼ਨ ਵਾਲਾ ਹੈ ਤਾਂ ਫਿਰ ਸਾਨੂੰ ਇਤਰਾਜ਼ ਕਿਉਂ ਆ? ਅਸੀਂ ਵੀ ਆਪਣੇ ਕਿਸਾਨਾਂ ਦੇ ਉੱਤੇ ਛੱਡ ਦਈਏ, ਉਹ ਵੀ ਜਾ ਕੇ ਚੁਣ ਲੈਣਗੇ ਕਿ ਠੀਕ ਹੈ ਜੀ ਸਾਨੂੰ ਨਹੀਂ ਚਾਹੀਦੀ ਸਿੱਧੀ ਪੇਮੈਂਟ, ਅਸੀਂ ਆੜਤੀਆਂ ਦੇ ਥਰੂ ਲੈਣੀ ਹੈ। ਇਹ ਆਪਾਂ ਕਿਉਂ ਇਸ ਦੇ ਉੱਤੇ ਇਤਰਾਜ਼ ਕਰ ਰਹੇ ਹਾਂ? ਤੇ ਦੂਜਾ ਜੋ ਚੀਮਾ ਸਾਹਿਬ ਨੇ ਕਿਹਾ ਸੀ ਕਿ ਮੁੱਖ ਮੰਤਰੀ ਨੇ ਜੋ ਚਿੱਠੀ ਲਿਖੀ ਹੈ ਤੁਸੀਂ ਉਸ ਨੂੰ ਜਨਤਕ ਕਰੋ ਕਿ ਅਸੀਂ ਆਹ ਪ੍ਰਪੋਜ਼ਲ ਦਿੱਤਾ ਜਾਂ ਅਸੀਂ ਆਹ ਗੱਲ ਰੱਖੀ ਹੈ। ਦੇਖੋ ਕੇਂਦਰ ਕੀ ਕਹਿੰਦਾ, ਕੇਂਦਰ ਕਹਿੰਦਾ ਕਿ ਇਹ ਪਿਛਲੇ 2-3 ਸਾਲਾਂ ਤੋਂ ਟਾਲ ਰਹੇ ਨੇ, ਹਰ ਵਾਰੀ ਕਹਿੰਦੇ ਨੇ ਸਾਨੂੰ ਸਮਾਂ ਦੇ ਦਿਓ, ਸਾਨੂੰ ਸਮਾਂ ਦੇ ਦਿਓ, ਸਾਨੂੰ ਸਮਾਂ ਦੇ ਦਿਓ। ਇਹ ਗੱਲ ਹੋ ਰਹੀ। ਜਿਹੜਾ ਗੌਰਵ ਜੀ ਤੁਸੀਂ ਪਹਿਲੀ ਗੱਲ ਕਹੀ ਹੈ ਜਿਹੜੀ ਆਪਸ਼ਨ ਵਾਲੀ ਗੱਲ ਹੈ, ਦੇਖੋ ਇਹ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ ਬੈਕਗ੍ਰਾਉਂਡ। 2009 ਚ ਅਕਾਲੀ ਦਲ ਬੀਜੇਪੀ ਨੇ ਨਾ ਜੀ ਇਹ ਕੀਤਾ ਸੀ ਆਪਸ਼ਨ ਵਾਲਾ ਸਿਸਟਮ ਲਾਗੂ ਪੰਜਾਬ 'ਚ। ਉਹਦੇ 'ਚ ਫਿਰ ਹਾਈ ਕੋਰਟ ਦਾ 2013 ਦਾ ਫੈਸਲਾ ਸੀ ਕਿ ਜੋ ਕਿਸਾਨ ਚਾਹੇਗਾ ਉਹੀ ਹੋਵੇਗਾ, ਔਰ ਆਪਸ਼ਨ ਦੇ ਵਿੱਚ ਮੇਰਾ ਖਿਆਲ 20 ਲੱਖ ਕਿਸਾਨ ਚੋਂ ਸ਼ਾਇਦ ਇੱਕ ਜਾਂ ਦੁੱਕਾ ਕਿਸਾਨਾਂ ਨੇ ਭਰੀ ਸੀ ਕਿ ਜੀ ਅਸੀਂ ਡਾਇਰੈਕਟ ਪੇਮੈਂਟ ਲਵਾਂਗੇ। ਪਹਿਲਾਂ ਤੇ ਇੱਕ ਮਾਨਸਿਕਤਾ ਨੂੰ ਸਮਝਣ ਦੀ ਬੜੀ ਵੱਡੀ ਲੋੜ ਹੈ। ਜਿਹੜਾ ਗੌਰਵ ਜੀ ਆਪਣਾ ਸਿਸਟਮ ਹੈ ਨਾ ਕਿਸਾਨ ਔਰ ਆੜਤੀ, ਇਹਦਾ ਬਹੁਤ ਪੁਰਾਣਾ ਹੈ, ਬੜੀਆਂ ਦਿੱਕਤਾਂ ਨੇ ਕਿਸਾਨਾਂ ਨੂੰ ਸਾਰਾ ਸਿਸਟਮ ਬਣਾਉਣਾ ਪੈਂਦਾ ਵਾ। ਜਿਵੇਂ ਤੁਹਾਡੇ ਹਰਿਆਣਾ ਦੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਉਹਨਾਂ ਨੇ ਦੱਸਿਆ, ਚੀਮਾ ਸਾਹਿਬ ਨੇ ਵੀ ਦੱਸਿਆ। ਦੇਖੋ ਸਰਕਾਰ ਜਿਹੜੀ ਸੈਂਟਰ ਸਰਕਾਰ ਜਦੋਂ ਤੋਂ ਆਈ ਹੈ ਇਹਦੇ 4 ਹੀ ਕੰਮ ਨੇ ਜੀ, ਇਹ ਕਰਦੇ ਆ, ਇਹਨਾਂ 4 ਏਜੰਡਿਆਂ ਦੇ ਕੰਮ ਕੀਤਾ ਅੱਜ ਤੱਕ। ਡੀਫੇਮ, ਡਾਇਵਰਟ, ਡਿਵਾਈਡ ਐਂਡ ਡਿਸਟਰੋਏ। ਠੀਕ ਹੈ ਜੀ, ਇਹ ਹੁਣ ਡਿਵਾਈਡ ਕਰ ਰਹੀ ਆ ਇਹਨਾਂ ਨੂੰ ਕਿਸਾਨਾਂ ਔਰ ਇਹ ਕਿਉਂਕਿ ਪੰਜਾਬ ਨੇ ਸਾਥ ਦਿੱਤਾ ਕਿਸਾਨਾਂ ਦਾ, ਆੜਤੀਆਂ ਨੇ ਸਾਥ ਦਿੱਤਾ, ਇਹਨਾਂ ਨੂੰ ਡਿਵਾਈਡ ਕਰਕੇ ਇਹਨਾਂ ਦੀ ਭਾਈਚਾਰਕ ਸਾਂਝ ਨੂੰ ਖਰਾਬ ਕਰ ਰਹੀ ਹੈ। ਇਹ ਪਤਾ ਨਹੀਂ ਜੀ ਕਿਹੜੇ ਲੋਕ ਇਹਨਾਂ ਨੂੰ ਸਲਾਹਾਂ ਦਿੰਦੇ ਨੇ, ਪਿਊਸ਼ ਗੋਇਲ ਜੀ ਨੂੰ ਜਾਂ ਕਿਹਦੇ ਕੋਲੇ ਸਲਾਹ ਲੈਂਦੇ ਨੇ, ਸਾਨੂੰ ਤੇ ਇਹਦੀ ਸਮਝੋਂ ਬਾਹਰ ਹੈ ਜੀ। ਸਾਡੀ ਕੌਣ ਇਹਨਾਂ ਨੂੰ ਸਲਾਹ ਦਿੰਦਾ, ਕਿਹੜੇ ਕਾਨੂੰਨਾਂ ਦੀ ਸਲਾਹ ਦਿੰਦੇ, ਕਿਹਦੇ ਕੋਲ ਲੈਂਦੇ। ਮੁੱਦੇ ਤੇ ਇਹ ਹੋਣੇ ਚਾਹੀਦੇ ਸੀ, ਬੇਰੋਜ਼ਗਾਰੀ ਦਾ ਮੁੱਦਾ ਇਹ ਹੋਣਾ ਚਾਹੀਦਾ ਸੀ, ਮਾਈਨੋਰਟੀਜ਼ ਦਾ ਮੁੱਦਾ ਹੋਣਾ ਚਾਹੀਦਾ ਸੀ, ਲੋਕਾਂ ਦੀ ਇਨਕਮ ਵਧਾਉਣ ਦਾ ਮੁੱਦਾ ਹੋਣਾ ਚਾਹੀਦਾ ਸੀ, ਕਾਲਾ ਧਨ ਲਿਆਉਣ ਦਾ। ਇਹ ਹੋਰ ਹੀ ਕੰਮਾਂ 'ਚ ਪੈ ਗਏ ਆ ਜੀ। ਇਹ ਲੋਕਾਂ ਨੂੰ ਵੋਟਾਂ ਦੀ ਰਾਜਨੀਤੀ ਕਰਕੇ ਪੋਲਰਾਈਜੇਸ਼ਨ ਆਫ ਵੋਟ। ਸਰ ਮੇਰਾ ਸਵਾਲ ਉਹੀ ਸੀਗਾ ਕਿ ਤੁਸੀਂ ਉਹ ਵੀ ਦੱਸ ਦਿਓ ਨਾ ਕਿ ਚਿੱਠੀ ਜਨਤਕ ਕਰਨ ਵਾਲਾ ਜੋ ਚੀਮਾ ਜੀ ਨੇ ਕਿਹਾ ਸੀਗਾ ਕਿ ਤੁਸੀਂ ਦੱਸੋ ਕਿ ਲਿਖਿਆ ਕੀ ਹੈ ਤੁਸੀਂ ਕੇਂਦਰ ਦੀ ਸਰਕਾਰ ਨੂੰ। ਅਸੀਂ ਬਿਲਕੁਲ ਸੈਂਟਰ ਗਵਰਨਮੈਂਟ ਨੂੰ ਸੀਐਮ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਆ ਜੀ, ਜਿਹੜੀ ਚਿੱਠੀ ਅਸੀਂ ਦਿੱਤੀ ਉਹਦੇ 'ਚ ਇਹੋ ਹੀ ਲਿਖਿਆ ਕਿ ਇਹ ਸਿਸਟਮ ਸਾਡੇ ਨਹੀਂ ਚੱਲ ਸਕਦਾ, ਇਹਨੂੰ ਜਿਹੜਾ ਬੰਦ ਕੀਤਾ ਜਾਵੇ। ਇਹ ਸਿਸਟਮ ਸਾਡੇ ਨਹੀਂ, ਅਸੀਂ ਇਹਨੂੰ ਲਾਗੂ ਕਰ ਸਕਦੇ। ਖੁੱਲਰ ਸਾਹਿਬ ਬੀਜੇਪੀ ਕਹਿੰਦੀ ਹੈ ਕਿ ਕਾਂਗਰਸ ਦੀ ਸਰਕਾਰ ਨੇ ਸਾਨੂੰ ਕਿਹਾ ਸੀ ਝੋਨੇ ਵਾਲਾ ਸੀਜ਼ਨ ਟਪਾ ਦਿਓ, ਅਸੀਂ ਕਣਕ ਤੋਂ ਸ਼ੁਰੂ ਕਰ ਦਾਂਗੇ। ਹੁਣ ਕਣਕ ਵਾਲਾ ਆ ਗਿਆ, ਉਹ ਕਹਿੰਦੇ ਨੇ ਕਿ ਇਹਨਾਂ ਨੇ ਫੇਰ ਕਿਹਾ ਕਿ ਥੋੜਾ ਸਮਾਂ ਟਾਲ ਦਿਓ ਫੇਰ ਕਰ ਦਾਂਗੇ। ਗੱਲ ਇਹ ਆ ਜੀ, ਉਹ ਚੌਕ ਸਾਹਿਬ ਦਾ ਬਿਆਨ ਤੁਸੀਂ ਚਲਾਇਆ ਵਾ, ਦੇਖੋ ਉਹ ਪਤਾ ਨਹੀਂ ਕਿੱਥੋਂ ਉਹਨਾਂ ਦੀ ਇਨਫੋਰਮੇਸ਼ਨ ਕਿੱਥੋਂ ਲੈ ਕੇ ਆਉਂਦਾ ਜਾਂ ਕੀ ਕਰਦੇ ਆ, ਮੈਂ ਤਾਂ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ। ਤੁਸੀਂ ਦੇਖੋ ਸੀਐਮ ਸਾਹਿਬ ਨੇ ਤੁਸੀਂ ਕਲੀਅਰ ਸ਼ਬਦਾਂ 'ਚ ਕਹੋ ਕਿ ਕਾਂਗਰਸ ਇਸ ਦੇ ਖਿਲਾਫ ਹੈ, ਕਦੇ ਵੀ ਐਫਸੀਆਈ ਸਿੱਧੀ ਪੇਮੈਂਟ ਕਰੇ ਅਸੀਂ ਇਸ ਦੇ ਖਿਲਾਫ ਹੈ ਜੀ। ਮੈਂ ਤੇ ਕਹਿ ਰਿਹਾ ਗੌਰਵ ਜੀ, ਅਸੀਂ ਇਸ ਦੇ ਖਿਲਾਫ ਹਾਂ। ਅਸੀਂ ਇਹ ਕੰਮ ਇਹਨਾਂ ਦੀਆਂ ਧਮਕੀਆਂ ਤੋਂ ਨਹੀਂ ਡਰਦੇ, ਅਸੀਂ ਕਿਸਾਨਾਂ ਦੇ ਨਾਲ, ਆੜਤੀਆਂ ਦੇ ਨਾਲ ਖੜੇ ਹਾਂ। ਜੋ ਪੰਜਾਬ ਦਾ ਕਿਸਾਨ ਚਾਹੇਗਾ ਅਸੀਂ ਉਹ ਕਰਾਂਗੇ, ਉਹਦੇ ਲਈ ਸਾਨੂੰ ਜੋ ਮਰਜ਼ੀ ਕਰਨਾ ਪੰਦੇਰ ਸਾਹਿਬ। ਚਲੋ ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਪੰਦੇਰ ਸਾਹਿਬ, ਇੱਕ ਸਵਾਲ ਹੈ ਕਿ ਜੇਕਰ ਕਿਸਾਨਾਂ ਨੂੰ ਆਪਸ਼ਨ ਦੇ ਦਿੱਤੀ ਜਾਂਦੀ ਹੈ, ਬਦਲ ਦਿੱਤਾ ਜਾਂਦਾ ਹੈ ਕਿ ਤੁਸੀਂ ਚਾਹੇ ਆੜਤੀਓ ਤੋਂ ਪੈਸੇ ਲੈ ਲਓ ਚਾਹੇ ਸਿੱਧਾ ਪੈਸਾ ਲੈ ਲਓ, ਤਾਂ ਫਿਰ ਇਤਰਾਜ਼ ਹੈ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਇਹ ਨਵੇਂ ਨਿਯਮ ਕੋਈ ਆਣੇ ਨਹੀਂ ਚਾਹੀਦੇ ਜਾਂ ਅਸੀਂ ਇਸ ਦੇ ਖਿਲਾਫ ਐਵੇਂ ਰਹਾਂਗੇ? ਚੱਲ ਇਹ ਤਾਂ ਇੱਕ ਤਾਂ ਹਾਈ ਕੋਰਟ ਨੇ ਵੀ ਕਹਿ ਦਿੱਤਾ ਸੀਗਾ ਵੀ ਪਹਿਲੋਂ ਫੈਸਲਾ ਆਇਆ ਹੀ ਹੋਇਆ ਵਾ, ਤੇ ਰਾਇ ਤਾਂ ਦਿੱਤੀ ਆ ਵੀ ਕਿਸਾਨਾਂ ਦੀ ਮਜਬੂਰੀ ਆ, ਉਹਨਾਂ ਕੋਲੇ ਬਦਲ ਨਹੀਂ ਹੈਗਾ ਕੋਈ, ਤਾਂ ਉਹ ਕਿਉਂ ਇਹ ਜੋ ਉਹਨਾਂ ਕੋਲੇ ਬਦਲ ਹੈਗਾ ਮੌਕੇ ਤੇ, ਜੋ ਉਹਨਾਂ ਦੇ ਘਰਾਂ ਦੇ ਗੁਜ਼ਾਰੇ ਆ ਰੋਜ਼ਮਰੇ, ਕੱਲਾ ਖੇਤੀ ਤੇ ਆਪਾਂ ਕੱਲਾ ਖਾਦਾਂ ਹੀ ਨਹੀਂ ਪਾਉਣੀਆਂ ਹੁੰਦੀਆਂ, ਬੱਚਿਆਂ ਦੀ ਫੀਸ ਵੀ ਦੇਣੀ ਹੁੰਦੀ ਆ, ਸਬਜ਼ੀ ਬੂਟੀ ਵੀ ਆ, ਦਵਾਈ ਬੂਟੀ ਵੀ ਤਾਂ ਲੋੜਾਂ ਹੁੰਦੀਆਂ। ਠੀਕ ਹੈ ਜੀ, ਆਮਦਨ ਹੈ ਨਹੀਂ ਗੀ ਉਹ, ਇਸ ਕਰਕੇ ਸਾਡੇ ਕੋਲ ਬਦਲ ਕੋਈ ਨਹੀਂ ਹੈਗਾ। ਇਸ ਕਰਕੇ ਸਾਡਾ ਸਾਫ਼ ਆ, ਅਸੀਂ 18 ਦੀ ਰੈਲੀ ਅੰਮ੍ਰਿਤਸਰ ਕਰ ਰਹੇ ਆ, ਆਪਾਂ ਪਿੰਡ ਪਿੰਡ ਕਹਿਣਾ ਕੋਈ ਫਰਦ ਨਹੀਂ ਦੇਣੀ ਅਸੀਂ। ਐਫਸੀਆਈ ਦੀ ਤੁਸੀਂ ਕੱਲਾ ਇਹ ਨਹੀਂ, ਐਫਸੀਆਈ ਪੰਜਾਬ ਸਰਕਾਰ ਦੀ ਭੂਮਿਕਾ ਕਿਵੇਂ ਦੇਖ ਰਹੇ ਹੋ ਤੁਸੀਂ? ਨਵੀਂ ਘਟਾਤੀ ਪੰਜਾਬ ਸਰਕਾਰ ਦੀ ਭੂਮਿਕਾ ਕਿਵੇਂ ਦੇਖ ਰਹੇ ਹੋ? ਅਸੀਂ ਪੰਜਾਬ ਸਰਕਾਰ ਨੂੰ ਬੋਲ ਰਹੇ ਕਾਂਗਰਸ, ਅਸੀਂ ਚਾਹੁੰਦੇ 2 ਟੁਕ ਕਹੇ। ਜਿਵੇਂ ਤੁਸੀਂ ਇੱਕ ਐਗਜ਼ਾਮਪਲ ਲਓ, ਜਦੋਂ ਫਸਲੀ ਬੀਮਾ ਯੋਜਨਾ ਸੀ ਪੰਜਾਬ ਦੀ ਪਿਛਲੀ ਸਰਕਾਰ ਨੇ 2 ਟੁਕ ਕਹਿਤਾ ਸੀ ਨਾ ਕਿ ਅਸੀਂ ਲਾਗੂ ਨਹੀਂ ਕਰਨੀ, 2 ਟੁਕ ਜਵਾਬ ਦੇਣਾ ਚਾਹੀਦਾ ਕੇਂਦਰ ਨੂੰ। ਠੀਕ ਹੈ,
ਚੀਮਾ ਸਾਹਿਬ ਸਾਡੇ ਨਾਲ ਨੇ। ਚੀਮਾ ਸਾਹਿਬ, ਇਹ ਇਤਰਾਜ਼ ਆਪਸ਼ਨ ਵਾਲੇ ਦੇ ਉੱਤੇ ਵੀ ਹੈ, ਤੁਹਾਨੂੰ ਆਪਣੇ ਕਿਸਾਨਾਂ ਦੇ ਉੱਤੇ ਭਰੋਸਾ ਨਹੀਂ ਕਿ ਜੇ ਕੱਲ ਨੂੰ ਆਪਸ਼ਨ ਵਾਲੀ ਗੱਲ ਆ ਗਈ ਤਾਂ ਤੁਹਾਡੇ ਨਾਲ ਖੜੇ ਰਹਿਣਗੇ ਉਹ? ਜੇ ਆਪਸ਼ਨ ਹੀ ਹੋਏਗੀ ਦੋਵਾਂ ਦੇ ਵਿੱਚ ਇੱਕ ਤੇ ਕਲਿੱਕ ਕਰਨਾ ਹੈ ਤਾਂ ਫਿਰ ਤੁਹਾਨੂੰ ਨਹੀਂ ਯਕੀਨ ਕਿ ਕਿਸਾਨ ਤੁਹਾਡੇ ਵਾਲੇ ਪਾਸੇ ਹੀ ਕਲਿੱਕ ਕਰਨਗੇ? ਸਾਨੂੰ ਤਾਂ ਪੂਰਾ ਯਕੀਨ ਹੈ ਗੌਰਵ ਜੀ। ਇੰਨਾ ਮਤਲਬ ਇਹ ਮੋਦੀ ਸਾਹਿਬ ਦਾ ਧੰਨਵਾਦ ਕਰਦੇ ਆ ਵੀ ਇਸ ਜਿਹੜੀ ਕਿਸਾਨਾਂ ਦਾ ਸੰਘਰਸ਼ ਚੱਲਿਆ ਹੈ ਇਹਦੇ ਚ ਜਿੰਨੀਆਂ ਮਤਲਬ ਆੜ੍ਹਤੀਆਂ ਤੇ ਕਿਸਾਨਾਂ 'ਚ ਨੇੜਤਾ ਤੇ ਵਿਸ਼ਵਾਸ ਬਣ ਗਿਆ। ਸਾਨੂੰ ਕੋਈ ਭੁਲੇਖਾ ਨਹੀਂ, ਅਸੀਂ ਕਹਿੰਦੇ ਆ ਕਿ ਕਿਸਾਨ ਨੂੰ ਆਪਸ਼ਨ ਦੇ ਦਿਓ। ਹਰਿਆਣੇ 'ਚ ਵੀ ਪੰਜਾਬ 'ਚ ਵੀ ਨਹੀਂ ਚੀਮਾ ਜੀ, ਫਿਰ ਆਣ ਦੋ ਨਾ ਕਾਨੂੰਨ। ਜੇ ਆਪਾਂ ਇੰਨੇ ਆਸਪਾਸ ਹੈ ਜਾਂ ਆਪਾਂ ਇੰਨੇ ਕੌਨਫੀਡੈਂਟ ਹੈ ਤਾਂ ਫਿਰ ਆਣ ਦੋ ਕਾਨੂੰਨ। ਤੁਸੀਂ ਕਹੋ ਕਿ ਆਣ ਦੋ ਕਾਨੂੰਨ, ਕੋਈ ਗੱਲ ਨਹੀਂ, ਅਸੀਂ ਸੰਭਾਲ ਲਾਂਗੇ ਆਪਣੇ ਆਪ ਆਪਸ਼ਨ ਜਿਹੜੀ ਅਸੀਂ ਆਪ ਚੁਣਨੀ ਹੈ, ਸਾਡੇ ਕਿਸਾਨਾਂ ਨੇ ਚੁਣਨੀ ਹੈ, ਸਾਨੂੰ ਕੋਈ ਦਿੱਕਤ ਨਹੀਂ। ਨਹੀਂ ਆਪਸ਼ਨ ਨਹੀਂ ਦੇ ਰਹੇ ਜੀ ਉਹਦੇ 'ਚ ਆਪਸ਼ਨ ਦੇ ਹੀ ਨਹੀਂ ਰਹੇ। ਜਿਹੜਾ ਕਾਨੂੰਨ ਆ ਰਿਹਾ ਉਹ ਕੰਪਲਸਰੀ ਆ ਰਿਹਾ ਕਿਸਾਨਾਂ ਲਈ। ਠੀਕ ਹੈ, ਕੰਪਲਸਰੀ ਆ ਰਿਹਾ। ਖੁੱਲਰ ਸਾਹਿਬ, ਇੱਕ ਲਾਸਟ ਸਟੇਟਮੈਂਟ ਸਰ, ਸਮਝਾਓ ਹੁਣ ਅੱਗੇ ਪੰਜਾਬ ਸਰਕਾਰ ਦੀ ਰੂਪਰੇਖਾ ਕੀ ਰਹੇਗੀ? 20 ਸੈਕਿੰਡਸ ਨੇ ਸਰ ਮੇਰੇ ਕੋਲ। ਗੌਰਵ ਜੀ, ਪੰਜਾਬ ਸਰਕਾਰ ਦਾ ਦੇਖੋ ਪਹਿਲਾਂ ਦਾ ਸਪਸ਼ਟ ਸਟੈਂਡ ਆ। ਮੈਂ ਉਹ ਤੁਹਾਨੂੰ ਦੱਸਿਆ, ਪਿੱਛੇ ਥੋੜੇ ਦਿਨ ਪਹਿਲਾਂ ਪੀਸੀ ਕੀਤੀ, 4-5 ਦਿਨ ਪਹਿਲਾਂ ਸੀਐਮ ਸਾਹਿਬ ਨੇ, ਉਹਦੇ 'ਚ ਉਹਨਾਂ ਖੁੱਲ੍ਹ ਕੇ ਇਹ ਗੱਲ ਕੀਤੀ ਹੈ ਕਿ ਸਾਡਾ ਇੱਕੋ ਸਟੈਂਡ ਆ। ਅਸੀਂ ਜਿਹੜਾ ਇਹ ਐਫਸੀਆਈ ਦੇ ਕਾਨੂੰਨ ਹੈ ਲਾਗੂ ਕਰਨ ਜਾ ਰਹੇ, ਅਸੀਂ ਇਹ ਨਹੀਂ ਕਰਾਂਗੇ। ਅਸੀਂ ਸਿੱਧੀ ਅਦਾਇਗੀ ਦੇ ਹੱਕ 'ਚ ਨਹੀਂ ਹੈਗੇ। ਅਸੀਂ ਜਿਹੜਾ ਸਿਸਟਮ ਪੁਰਾਣਾ ਚੱਲਦਾ ਆ ਰਿਹਾ ਉਹ ਤੁਸੀਂ ਦੋ ਟੁਕ ਜਿਹੜੀ ਗੱਲ ਕਹਿ ਰਹੇ ਹੋ, ਤੁਸੀਂ ਡਾਇਰੈਕਟਲੀ ਦੋ ਟੁਕ ਵਾਲੀ ਗੱਲ ਕਹੋ ਨਾ ਆ ਕੇ ਕਿ ਨਹੀਂ ਹੋਣ ਦੇਣਾ, ਅਸੀਂ ਨਹੀਂ ਹੋਣ ਦੇਣਾ ਕਿ ਐਫਸੀਆਈ ਵਾਲੀ ਅਸੀਂ ਸਿੱਧੀ ਅਦਾਇਗੀ ਨਹੀਂ ਹੋਣ ਦੇਣੀ, ਅਸੀਂ ਆਪਸ਼ਨ ਨਹੀਂ ਦੇਣੀ। ਨਹੀਂ ਹੋਣ ਦੇਣਾ ਜੀ, ਕਈ ਗੱਲਾਂ ਨਹੀਂ। ਅਸੀਂ ਤੇ ਗੌਰਵ ਜੀ ਇਹੋ ਹੀ ਕਿਹਾ ਕਿ ਅਸੀਂ ਕੋਈ ਸਿੱਧੀ ਅਦਾਇਗੀ ਦੇ ਹੱਕ 'ਚ ਨਹੀਂ, ਨਾ ਅਸੀਂ ਹੋਣ ਦੇਣੀ। ਅਸੀਂ ਜਿਹੜਾ ਆੜਤੀਆ ਸਿਸਟਮ ਚੱਲ ਰਿਹਾ ਉਹੀ ਸਿਸਟਮ ਚੱਲੇਗਾ ਪੰਜਾਬ 'ਚ, ਇਹਦਾ ਹੋਰ ਕੋਈ ਬਦਲ ਨਹੀਂ ਹੈਗਾ। ਜਿਵੇਂ ਅਸੀਂ ਖੇਤੀ ਕਾਨੂੰਨਾਂ ਦੇ ਉਲਟ ਖੜੇ ਹਾਂ, ਉਸ ਤਰ੍ਹਾਂ ਹੀ ਇਹਦੇ ਉਲਟ ਖੜੇ ਹਾਂ ਜੀ ਅਸੀਂ। ਜੀ ਚਲੋ, ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਮੇਰੇ ਨਾਲ ਜੁੜਨ ਦੇ ਲਈ, ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਸਮਾਂ ਆਪਣੇ ਕੋਲ ਪੂਰਾ ਸੀ। ਸ਼ੁਕਰੀਆ, ਧੰਨਵਾਦ ਸਾਰਿਆਂ ਦਾ ਗੱਲਬਾਤ ਕਰਨ ਦੇ ਲਈ। ਐਫਸੀਆਈ ਦੀ ਸਿੱਧੀ ਅਦਾਇਗੀ ਦੇ ਮਸਲੇ ਦੇ ਉੱਤੇ ਬਵਾਲ ਹੈ ਤੇ ਇਸ ਸਭ ਦੇ ਵਿਚਾਲੇ ਜੋ ਸਭ ਤੋਂ ਅਹਿਮ ਪੁਆਇੰਟ ਹੈ, ਜੋ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਫਾਇਦਾ ਕਿਸ ਦਾ, ਨੁਕਸਾਨ ਕਿਸ ਦਾ, ਤਾਂ ਦੇਖੋ ਬਹੁਤ ਕਲੀਅਰ ਹੈ ਕਿ ਜਿਹੜੇ ਆੜਤੀਏ ਨੇ ਉਹ ਇਹ ਕਹਿ ਰਹੇ ਨੇ ਕਿ ਸਾਡਾ ਤਾਂ ਰਿਸ਼ਤਾ ਇੱਕ ਬਣਿਆ ਹੋਇਆ, ਕਿਸਾਨਾਂ ਤੇ ਆੜਤੀਆਂ ਦਾ ਉਹਨੂੰ ਤੋੜਨ ਦੀ ਜ਼ਰੂਰਤ ਨਹੀਂ। ਤੇ ਹਰਿਆਣਾ ਦੇ ਵਿੱਚ ਵੀ ਜਿਹੜੇ ਆੜਤੀ ਐਸੋਸੀਏਸ਼ਨ ਦੇ ਨੁਮਾਇੰਦੇ ਸਾਡੇ ਨਾਲ ਜੁੜੇ, ਉਹ ਬਹੁਤੇ ਖੁਸ਼ ਨਵੇਂ ਨਿਯਮਾਂ ਦੇ ਨਾਲ ਨਹੀਂ ਹੈਗੇ ਤੇ ਉਹ ਇਹ ਵੀ ਕਹਿ ਰਹੇ ਨੇ ਕਿ 6 ਮਹੀਨੇ ਬਾਅਦ ਬਦਲ ਦਿੰਦੇ ਨੇ ਕਾਨੂੰਨ, ਉਹ ਵੀ ਦਿੱਕਤ ਸਾਨੂੰ ਜ਼ਰੂਰ ਕਰਦੇ ਨੇ। ਯਾਰ ਦੇਖਣਾ ਹੋਵੇਗਾ ਕਿ ਹੁਣ ਹਰਿਆਣਾ ਦੀ ਸਰਕਾਰ ਕੀ ਕਹਿੰਦੀ ਹੈ ਜਾਂ ਫਿਰ ਕੇਂਦਰ ਦੀ ਸਰਕਾਰ ਜੋ ਹਰਿਆਣਾ ਨੂੰ ਆਧਾਰ ਬਣਾ ਕੇ ਗੱਲ ਪੰਜਾਬ ਦੇ ਪਾਲੇ ਦੇ ਵਿੱਚ ਸੁੱਟਦੀ ਸੀ, ਉਹ ਹੁਣ ਕੀ ਕਹੇਗੀ। ਕਿਉਂਕਿ ਆੜਤੀ ਐਸੋਸੀਏਸ਼ਨ ਸਪਸ਼ਟ ਸ਼ਬਦਾਂ 'ਚ ਕਹਿ ਰਿਹਾ ਹਰਿਆਣਾ ਵਾਲਾ ਕਿ ਜੀ ਨਹੀਂ, ਇਹ ਫਿੱਟ ਨਹੀਂ ਬੈਠਿਆ ਜਿਹੜਾ ਫਾਰਮੂਲਾ ਨਵਾਂ ਸਰਕਾਰ ਲੈ ਕੇ ਆਈ ਸੀ। ਤੇ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਨਹੀਂ, ਇਜਾਜ਼ਤ ਦਿਓ, ਧੰਨਵਾਦ।